ਜੀਵਨ ਦਾ ਚੱਕਰ? ਕੌਣ ਕਰਦਾ ਹੈ ਅਰਥਚਾਰੇ ਤੇ ਕੰਟਰੋਲ? ਕੀ ਧਨ ਹੀ ਹੈ ਜੀਵਨ ਦਾ ਧੁਰਾ? ਕਿਵੇਂ ਬਣਦੇ ਨੇ ਅਮੀਰ? ਕੋਈ ਕਿਉਂ ਰਹਿ ਜਾਂਦਾ ਹੈ ਗਰੀਬ? ਕੌਣ ਹੈ ਇਕਨੋਮੀ ਦਾ ਸਰਦਾਰ? ਕੌਣ ਬਣਾਉਂਦਾ ਹੈ ਹਥਿਆਰ? ਕਿਵੇਂ ਫੈਲਿਆ ਕਾਰਪੋਰੇਟ ਦਾ ਜਾਲ ਤੇ ਕਿਵੇਂ ਚੱਲਦਾ ਹੈ ਸੰਸਾਰ? ਅਨੇਕਾਂ ਨੇ ਸਵਾਲ। ਟੀਵੀ ਪੰਜਾਬੀ ਦੁਨੀਆ ਲੈ ਕੇ ਆਉਂਦਾ ਹੈ ਹਰ ਸਵਾਲ ਦਾ ਜਵਾਬ। ਆਰਥਿਕ ਮੁੱਦਿਆਂ ਦੀਆਂ ਪਰਤ ਦਰ ਪਰਤ ਤਿਹਾ ਫਰੋਲਦਾ ਪ੍ਰੋਗਰਾਮ ਅਰਥ ਸ਼ਾਸਤਰ, ਇੱਕ ਗੁੱਜਾ ਰਹੱਸ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਹਫ਼ਤਾਵਾਰੀ ਪ੍ਰੋਗਰਾਮ ਅਰਥ ਸ਼ਾਸਤਰ ਇੱਕ ਗੁੱਜਾ ਰਹੱਸ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਪੇਸ਼। ਮੈਂ ਤੇ ਹਰ ਹਫ਼ਤੇ ਦੀ ਤਰ੍ਹਾਂ ਮੇਰੇ ਨਾਲ ਨਿਰਮਲ ਢੀਂਡਸਾ ਜੀ ਆ ਗਏ ਨੇ। ਉਹਨਾਂ ਨਾਲ ਮਿਲ ਕੇ ਅਸੀਂ ਕੁਝ ਇੱਕ ਗੱਲਾਂ ਬਾਤਾਂ ਕਰਨੀਆਂ। ਦੁਨੀਆ ਦੀ ਇਕੋਨਮੀ ਇਸ ਵੇਲੇ ਕਿੱਧਰ ਜਾ ਰਹੀ ਹੈ, ਕੈਨੇਡੀਅਨ ਇਕੋਨਮੀ ਦਾ ਕੀ ਹਾਲ ਆ, ਇਲੈਕਸ਼ਨ ਦਾ ਕੀ ਪ੍ਰਭਾਵ ਪਿਆ ਸਾਡੀ ਇਕੋਨਮੀ ਤੇ ਦੁਨੀਆ ਦਾ ਅਰਥਚਾਰਾ ਕਿਸ ਤਰ੍ਹਾਂ ਚੱਲ ਰਿਹਾ। ਭਾਰਤ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਜਿਹਨੂੰ ਦੁਨੀਆ ਭਰ ਨਿਗਾਹ ਲਾ ਕੇ ਵੇਖ ਰਹੀ ਆ। ਇੱਕ ਵੱਡੀ ਮੂਵਮੈਂਟ ਆ ਜਿਹਦਾ ਇੰਟਰਨੈਸ਼ਨਲ ਲੈਵਲ 'ਤੇ ਕਿਤੇ ਨਾ ਕਿਤੇ ਇਫੈਕਟ ਜਿਹੜਾ ਹੁੰਦਾ ਸਾਨੂੰ ਨਜ਼ਰ ਆ ਰਿਹਾ, ਦਿਖ ਰਿਹਾ। ਬਹੁਤ ਸਾਰੇ ਸਵਾਲ ਅਜਿਹੇ ਨੇ ਜਿਹੜੇ ਕੁਝ ਰਾਜਨੀਤੀ ਨਾਲ ਸੰਬੰਧਿਤ ਨੇ, ਬਹੁਤੇ ਸਵਾਲ ਸਾਡੇ ਜਿਹੜੇ ਆ ਉਹ ਇਕੋਨਮੀ ਨਾਲ ਸੰਬੰਧਿਤ ਨੇ, ਕਿਉਂਕਿ ਪ੍ਰੋਗਰਾਮ ਦਾ ਵਿਸ਼ਾ ਸਾਡਾ ਹੈ ਅਰਥ ਸ਼ਾਸਤਰ। ਸੋ ਸਭ ਤੋਂ ਪਹਿਲਾਂ ਢੀਂਡਸਾ ਸਾਹਿਬ ਦਾ ਕਰੀਏ ਸਵਾਗਤ। ਜੀ ਆਇਆਂ ਨੂੰ ਢੀਂਡਸਾ ਸਾਹਿਬ। ਮਿਹਰਬਾਨੀ ਜਨਾਬ, ਥੈਂਕ ਯੂ ਸਰ। ਢੀਂਡਸਾ ਸਾਹਿਬ, ਚੋਣਾਂ ਦੇ ਆਪਾਂ ਮਰਹਲੇ 'ਚੋਂ ਗੁਜ਼ਰ ਗਏ ਹਾਂ, ਚੋਣਾਂ ਹੋ ਗਈਆਂ। ਜਿਹੜੀ ਜਿੱਦਾਂ ਕਹਿੰਦੇ ਨੇ ਫੌਜੀ ਜੈਸੇ ਥੇ ਪਰੇਡ ਕਰਨ ਲੱਗੇ, ਜੈਸੇ ਥੇ ਹੋ ਗਿਆ, ਯਾਨੀ ਵਿਸ਼ਰਾਮ ਦੀ ਹਾਲਤ 'ਚ ਆਪਾਂ ਆ ਗਏ। ਤੇ ਹੁਣ ਅੱਗੇ ਕੀ ਇਹ ਜਿਹੜੀ ਮਿਨੋਰਟੀ ਸਰਕਾਰ ਦੂਜੀ ਤੀਜੀ ਵਾਰ ਭਾਰਪੁਰ ਵੇਲੇ ਵੀ ਹੋਇਆ ਸੀ, ਫਿਰ 2 ਵਾਰੀ ਟਰੂਡੋ ਸਾਹਿਬ ਨਾਲ ਵੀ ਹੋ ਗਿਆ, ਕੀ ਇਹ ਨਵਾਂ ਦੌਰ ਸ਼ੁਰੂ ਹੋ ਗਿਆ ਕਿ ਇਦਾਂ ਹੀ ਹੋਇਆ ਕਰੂਗਾ ਕਿ ਚੱਲੂ ਹੁਣ ਇਦਾਂ ਹੀ ਕਿ ਸ਼ੁਰੂ ਇਦਾਂ ਹੀ ਆ? ਦੈਟਸ ਈ ਕੁਐਸਚਨ ਕੈਨੇਡੀਅਨਸ ਆਰ ਆਸਕਿੰਗ ਕਿ ਪਹਿਲਾਂ ਤਾਂ ਉਹ ਇਹ ਸਵਾਲ ਕਰ ਰਹੇ ਆ ਕਿ ਇਲੈਕਸ਼ਨ ਕਾਲ ਕਰਨ ਦਾ ਕਾਹਤੇ ਇਲੈਕਸ਼ਨ ਕਾਲ ਕੀਤੀ ਗਈ। ਜੇ ਇੱਦਾਂ ਦੀ ਮਿਨੋਰਟੀ ਸਰਕਾਰ ਦੇ ਵਿੱਚ ਕੋਈ ਤਬਦੀਲੀ ਨਹੀਂ ਸੀ ਆਉਣੀ ਤਾਂ ਫਿਰ 610 ਮਿਲੀਅਨ ਟੈਕਸ ਪੇਅਰ ਦੇ ਜਿਹੜੇ ਪੈਸੇ ਇਲੈਕਸ਼ਨ ਕਾਸਟ ਦੇ ਉੱਤੇ ਖਰਚ ਆਏ ਆ, ਉਹਦੀ ਕੀ ਲੋੜ ਸੀ? ਹੁਣ ਤੇ 650 ਕਰਤਾ ਜੀ, ਅੰਕੜਾ ਕਹਿੰਦੇ 650 ਹੋ ਗਿਆ। 650 ਚਲੋ 650 ਹੋ ਗਿਆ ਉਹ। ਹਾਂਜੀ। ਅੱਛਾ, ਦੂਸਰੀ ਫਿਰ ਇਹ ਆ ਕਿ ਜਿਹੜੀ ਟਰੂਡੋ ਨੇ ਮੈਜੋਰਟੀ ਭਾਲੀ ਸੀ ਉਹ ਇਹਨੂੰ ਮੈਜੋਰਟੀ ਮਿਲ ਨਹੀਂ ਸਕੀ। ਉਹੀ ਜਿਹੜੀ ਮਿਨੋਰਟੀ ਸਰਕਾਰ ਮੁੜ ਕੇ ਫਿਰ ਆ ਗਈ। ਐਂਡ ਕੈਨੇਡਾ ਦੀ ਹਿਸਟਰੀ 'ਚ ਗਿੱਲ ਸਾਹਿਬ ਇਹ ਪਹਿਲੀ ਦਫਾ ਹੋਇਆ ਕਿ ਕੰਟੀਨਿਊਸਲੀ 2 ਦਫਾ ਮਿਨੋਰਟੀ ਸਰਕਾਰ ਆ ਗਈ। ਐਂਡ ਕਿਉਂਕਿ ਪਿਛਲੇ ਦਫਾ ਮੈਨੂੰ ਇੱਥੇ ਰਹਿੰਦੇ ਨੂੰ ਬਹੁਤ ਚਿਰ ਹੋ ਗਿਆ, ਮੈਂ 1970 ਦਾ ਰਹਿਣਾ। ਮਿਨੋਰਟੀ ਸਰਕਾਰਾਂ ਆਉਂਦੀਆਂ 1962 ਤੋਂ ਲੈ ਕੇ 20 ਸਰਕਾਰਾਂ ਆਈਆਂ। 20 ਦੇ ਵਿੱਚੋਂ 10 ਮਿਨੋਰਟੀ ਸਰਕਾਰਾਂ ਆਈਆਂ। ਐਂਡ 2004 ਤੋਂ ਬਾਅਦ ਫਿਰ 10 ਵਿੱਚੋਂ 7 ਮਿਨੋਰਟੀ ਸਰਕਾਰਾਂ ਆਉਣ ਲੱਗ ਪਈਆਂ। ਹੁਣ ਇੱਦਾਂ ਲੱਗਦਾ ਵੀ ਮਿਨੋਰਟੀ ਸਰਕਾਰ ਤੋਂ ਆਫਟਰ ਮਿਨੋਰਟੀ ਸਰਕਾਰ ਵੀ ਡੋਂਟ ਨੋ। ਇਹਦਾ ਆਨਸਰ ਸਾਡੇ ਕੋਲ ਤਾਂ ਹੈ ਨਹੀਂਗਾ। ਇਹ ਤਾਂ ਕੈਨੇਡੀਅਨ ਟੈਕਸ ਪੇਅਰਸ ਜਿਹੜੇ ਕੈਨੇਡੀਅਨ ਵੋਟਰਸ ਆ ਉਹਦਾ ਆਨਸਰ ਤਾਂ ਉਹੀ ਦੇ ਸਕਦੇ ਆ। ਕਿਉਂਕਿ ਹਿਸਟਰੀ 'ਚ ਇਹ ਪਹਿਲੀ ਦਫਾ ਹੋਇਆ। ਕਿਤੇ ਇੱਦਾਂ ਤਾਂ ਨਹੀਂ ਕਿ ਇਟਲੀ ਦੀ ਤਰ੍ਹਾਂ ਮਿਨੋਰਟੀ ਸਰਕਾਰਾਂ ਹੀ ਇੱਥੇ ਆਇਆ ਕਰਨ। ਰਾਈਟ, ਇੱਦਾਂ ਦੀ ਪੋਸੀਬਿਲਿਟੀ ਵੀ ਹੋ ਸਕਦੀ ਹੈ ਕਿਉਂਕਿ ਜਿਹੜੀ ਸਿਚੁਏਸ਼ਨ ਹੈ ਇਸ ਵੇਲੇ, ਜਿਹੜੀ ਪੋਲੀਟੀਕਲ ਸਿਚੁਏਸ਼ਨ ਹੈ ਇਨ ਕੈਨੇਡਾ, ਸਾਰੀਆਂ ਹੀ ਪਾਰਟੀਆਂ ਟਰਾਈ ਇਹ ਕਰਦੀਆਂ ਕਿ ਤੁਸੀਂ ਯੂ ਗਿਵ ਦੀ ਪੋਪੂਲਰ ਸਲੋਗਨਸ ਐਂਡ ਲੈਫਟ ਸਲੋਗਨਸ। ਜਿਹੜੀ ਕੰਜ਼ਰਵੇਟਿਵ ਪਾਰਟੀ ਉਹ ਲਿਬਰਲ ਦੀ ਥਾਂ ਲਈ ਜਾ ਰਹੀ ਹੈ, ਲਿਬਰਲ NDP ਦੀ ਥਾਂ ਲਈ ਜਾ ਰਹੇ ਆ, NDP ਹੋਰ ਲੈਫਟ ਹੋਈ ਜਾ ਰਹੀ ਹੈ। ਐਂਡ ਇੱਕ ਫਿਰ ਇਹਨਾਂ ਨੇ ਇਹ ਵੀ ਕਰ ਲਿਆ ਕਿ ਜਿੰਨਾ ਤੁਸੀਂ ਰਿਚ ਬੰਦਿਆਂ ਨੂੰ ਦੇ ਬਾਰੇ ਵਿਚਾਰ ਵਟਾਂਦਰਾ ਕਰੋਗੇ, ਉਹਨਾਂ ਦੇ ਉੱਤੇ ਮੋਰ ਟੈਕਸ ਲਾਉਣ ਦੀ ਕੋਸ਼ਿਸ਼ ਕਰੋਗੇ, ਮੇ ਬੀ ਯੂ ਕੈਨ ਵਿਨ। ਇੱਦਾਂ ਦੀ ਇਹ ਸਿਚੁਏਸ਼ਨ ਇੱਦਾਂ ਦੀ ਬਣਦੀ ਜਾ ਰਹੀ ਹੈ। ਹੁਣ ਫਿਰ ਜਿੰਨੀਆਂ ਵੀ ਇਹ ਪਾਰਟੀਆਂ, ਜਿੰਨੇ ਪਾਰਟੀ ਲੀਡਰ ਆ, ਸਪੈਂਡਿੰਗ ਆਫਟਰ ਸਪੈਂਡਿੰਗ, ਸਟੇਟਮੈਂਟ ਆਫਟਰ ਸਟੇਟਮੈਂਟ, ਇਹ ਗੱਲ ਗਾਇਬ ਰਹੀ ਹੈ। ਇਹ ਦੱਸਣ 'ਚੋਂ ਫੇਲ ਹੋਏ ਸਾਰੇ। ਜਿੱਦਾਂ ਲਿਬਰਲ ਨੇ ਕਿਹਾ ਕਿ ਅਸੀਂ $78 ਬਿਲੀਅਨ ਸਪੈਂਡਿੰਗ ਕਰਾਂਗੇ 5 ਸਾਲ ਵਿੱਚ, ਪਰ ਉਹ ਸਪੈਂਡਿੰਗ ਤਾਂ ਤੁਸੀਂ ਕਰ ਲਈ ਕਿਉਂਕਿ ਇਸ ਵੇਲੇ ਆਲਰੇਡੀ 156.7 ਬਿਲੀਅਨ ਡੈਫਿਸਿਟ ਚੱਲ ਰਿਹਾ ਐਂਡ 1.1 ਟ੍ਰਿਲੀਅਨ ਤੁਹਾਡੇ ਸਿਰ ਡੈਟ ਆ। ਜਿਹੜਾ ਟੈਕਸ ਪੇਅਰ ਹੈ ਉਹ ਫੈਡਰਲ ਗੌਰਮੈਂਟ ਨੂੰ ਵੀ ਟੈਕਸ ਦਿੰਦਾ, ਪ੍ਰੋਵਿੰਸ਼ੀਅਲ ਗੌਰਮੈਂਟ ਨੂੰ ਵੀ ਟੈਕਸ ਦਿੰਦਾ, ਮਿਊਨਿਸਪਲ ਗੌਰਮੈਂਟ ਨੂੰ ਵੀ ਟੈਕਸ ਦਿੰਦਾ ਐਂਡ ਟੈਕਸ ਐਵਰੀਵੇਅਰ। ਉਹ 'ਤੇ ਹੋਰ ਤੁਸੀਂ ਕਿੰਨਾ ਕੁ ਭਾਰ ਪਾ ਦਿਓਗੇ?
ਸੋ देयर हैंड्स आर टाइड अप। ਸੋ ਆ ਜਿਹੜੀ ਹੁਣ ਮਿਨੋਰਟੀ ਸਰਕਾਰ ਆਈ ਆ, ਆਈ ਥਿੰਕ ਇਟਸ ਗੋਣਾ ਬੀ ਵੈਰੀ ਡਿਫਿਕਲਟ। ਪਹਿਲਾਂ ਤੇ ਟਰੂਡੋ ਨੇ ਤੇ ਇਸ ਕਰਕੇ ਕੀਤੀ ਸੀ ਕਿ ਕਿਉਂਕਿ ਪੈਂਡੇਮਿਕ ਕਰਕੇ ਉਹਨੇ ਗੁੱਡੀਜ਼ ਬੜੀਆਂ ਵੰਡੀਆਂ, ਆਮ ਹੋਰੇ ਸਾਰੇ ਸਮਾਲ ਬਿਜ਼ਨਸ ਨੂੰ, ਈਵਨ ਬਿਗ ਬਿਜ਼ਨਸ ਵੀ ਪੈਸੇ ਲੈ ਗਏ। ਜਿਹਨੇ ਵੀ ਅਪਲਾਈ ਕੀਤਾ 2000 ਉਹਨੂੰ ਦੇ ਦਿੱਤਾ। ਉਹਨੇ ਤੇ ਇਹ ਕੀਤਾ ਸੀ ਵੀ ਹੁਣ ਮੈਜੋਰਟੀ ਸਰਕਾਰ ਆ ਜੂਗੀ ਤੇ ਵੀ ਵਿਲ ਡੂ ਟੂ ਥਿੰਗਸ, ਕੱਟ ਡਾਊਨ ਸਪੈਂਡਿੰਗ ਐਂਡ ਵੀ ਵਿਲ ਹੈਵ ਮੋਰ ਟੈਕਸਿਸ। ਸੋ ਹੁਣ ਦੀ ਸਿਚੁਏਸ਼ਨ ਇਹ ਆ, ਮੈਨੂੰ ਲੱਗਦਾ ਕਿਉਂਕਿ ਇਹ ਗਵਰਨ ਕਰਨਾ ਲਿਬਰਲ ਪਾਰਟੀ ਨੇ ਤਾਂ ਉਹਨਾਂ ਨੂੰ ਇੱਕ ਪਾਰਟੀ ਦੀ ਸਪੋਰਟ ਜ਼ਰੂਰ ਚਾਹੀਦੀ ਹੈ। ਹਿਸਟੋਰੀਕਲੀ ਆਲਵੇਜ਼ NDP ਸਪੋਰਟਡ ਦੈਮ, ਕਿਉਂਕਿ NDP ਵੀ ਉਸ ਪੋਜੀਸ਼ਨ 'ਚ ਨਹੀਂ, ਪਹਿਲਾਂ ਤਾਂ ਇਲੈਕਸ਼ਨਾਂ ਕਾਲ ਕਰਨ ਦੇ ਹੱਕ ਵਿੱਚ ਨਹੀਂ ਸੀ, ਕਿਉਂਕਿ NDP ਦੀ ਆਰਗੇਨਾਈਜੇਸ਼ਨ ਜਿਹੜੀ ਢਾਂਚਾ ਉਹ ਬੜਾ ਵੀਕ ਹੈ। ਪਹਿਲਾਂ ਨਾਲੋਂ ਵੀ ਇਹਨਾਂ ਇਲੈਕਸ਼ਨਾਂ 'ਚ ਸਗੋਂ ਪਹਿਲਾਂ ਨਾਲੋਂ ਵੀ ਵੀਕ ਹੋ ਗਿਆ। ਕਿਊਬਕ ਦੇ ਵਿੱਚ ਉਹ ਗ੍ਰਾਸ ਰੂਟ ਵਿੱਚ ਜਾ ਨਹੀਂ ਸਕੇ। ਸੋ ਉਹ ਕਿਸੇ ਵੀ ਕਾਸਟ 'ਤੇ ਇਲੈਕਸ਼ਨ ਨਹੀਂ ਸੀ ਚਾਹੁੰਦੇ। ਐਂਡ ਅਗੇਨ ਇਨ ਦਿਸ ਪਾਰਲੀਮੈਂਟ ਹੁਣ ਇੱਦਾਂ ਦੀ ਸਿਚੁਏਸ਼ਨ ਬਣ ਜਾਣੀ ਗਿੱਲ ਸਾਹਿਬ ਕਿ ਜਿਹਨੇ ਇਲੈਕਸ਼ਨ ਕਾਲ ਕੀਤੀ ਉਹਦੇ ਸਿਰ ਉਹਨੂੰ ਬਲੇਮ ਆਉਣਾ। ਹੋ ਸਕਦਾ ਅਗਲੀ ਵਾਰ ਜਿਹੜੀ ਅਗਲੀ ਵਾਰ ਹਾਂਜੀ ਹੋ ਸਕਦਾ ਦੇਰ ਗੋਣਾ ਵੀ ਬ੍ਰੇਕ ਥਰੂ ਹੋ ਸਕਦਾ। ਹਿਸਟੋਰੀਕਲੀ ਇਹ ਜਿਹੜੀ ਮਿਨੋਰਟੀ ਗਵਰਨਮੈਂਟ ਹੈ ਸ਼ਾਇਦ 5 ਸਾਲ 4 ਸਾਲ ਪੂਰੇ ਕਰ ਜੇ 4 ਸਾਲ ਪੂਰੇ ਕਰ ਜਾਏ, ਕਿਉਂਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਟਰੂਡੋ ਵਾਜ਼ ਅੰਡਰ ਅਟੈਕ ਆਫਟਰ ਅਟੈਕ। ਐਵਰੀ ਡਿਬੇਟ ਵਿੱਚ ਐਵਰੀਵੇਅਰ ਕਿੰਨੇ ਉਹਦੇ ਖਿਲਾਫ ਪ੍ਰੋਟੈਸਟ ਵੀ ਹੋਏ ਕਿ ਇਲੈਕਸ਼ਨ ਕਾਹਦੇ ਕਾਰਨ ਕੀਤੀ ਹੈ। ਸੋ ਇਟ ਰਿਮੇਨਸ ਟੂ ਸੀ। ਹੁਣ ਰਿਹਾ ਜਿਹੜਾ ਵਾਦ ਵਿਵਾਦ ਚੱਲ ਰਿਹਾ ਉਹ ਇਹ ਆ ਕਿ ਇਸ ਵੇਲੇ $156 ਬਿਲੀਅਨ ਤੁਹਾਡੇ ਸਾਰੇ ਡੈਫਿਸਿਟ ਆ। ਜਿਹੜੀ ਸਪੈਂਡਿੰਗ ਦੀ ਇਹਨਾਂ ਨੇ ਕਾਲ ਦਿੱਤੀ ਆ, ਇਹਨਾਂ ਨੇ ਹਾਊਸਿੰਗ ਦੀ ਕਾਲ ਦਿੱਤੀ ਆ, ਫਿਰ ਸਟੂਡੈਂਟਸ ਨੂੰ ਵੀ, ਫਿਰ $10 ਜਿਹੜੀ ਡੇ ਕੇਅਰ ਦੀ ਉਹ ਵੀ ਕਿਹਾ। ਐਂਡ ਪਰ ਔਨ ਦੀ ਸੇਮ ਹੈਂਡ ਸਿਰਫ ਇੱਕੋ ਹੀ ਕਿਹਾ ਕਿ ਅਸੀਂ ਜਿਹੜੀਆਂ ਬੈਂਕਾਂ ਤੇ ਇੰਸ਼ੋਰੈਂਸ ਕੰਪਨੀਆਂ if they will make over $1 billion will charge them 3% tax। and ਜਿਹੜੀਆਂ ਬੈਂਕਾਂ ਉਹ ਇਹ ਇਕੱਲੇ ਟਰੂਡੋ ਸਾਹਿਬ ਨੇ ਕਿਹਾ, ਵੈਸੇ ਮੇਰੇ ਖਿਆਲ ਦੂਜੀਆਂ ਤੋਂ ਲਿਬਰਲ ਪਾਰਟੀ ਨੇ ਲਿਬਰਲ ਪਾਰਟੀ ਨੇ ਮਤਲਬ ਲਿਬਰਲ ਪਾਰਟੀ ਕਿਉਂਕਿ ਹੈਡੋ ਕਰ ਰਹੇ ਮੈਂ ਉਹਨਾਂ ਦਾ ਨਾਂ ਲੈ ਰਿਹਾ। ਲਿਬਰਲ ਪਾਰਟੀ ਦੇ ਪਲੇਟਫਾਰਮ ਤੋਂ ਇਹ ਗੱਲ ਆਈ ਹੈ ਕਿ 3% ਟੈਕਸ ਜਿਹੜੀਆਂ ਬਹੁਤ ਜ਼ਿਆਦਾ ਅਰਨ ਕਰ ਰਹੀਆਂ ਪ੍ਰੋਫਿਟ ਉਹਨਾਂ ਜਿਹੜੀਆਂ ਏਜੰਸੀਆਂ ਨੇ, ਖਾਸ ਕਰਕੇ ਬੈਂਕ ਤੇ ਇੰਸ਼ੋਰੈਂਸ। ਬਿਲੀਅਨ ਨਹੀਂ, ਉਹਨੇ 2 ਇੰਸਟੀਟਿਊਸ਼ਨਸ, ਇੱਕ ਬੈਂਕਾਂ ਤੇ ਇੰਸ਼ੋਰੈਂਸ ਕੰਪਨੀ। ਬੈਂਕਾਂ ਨੇ ਤਾਂ ਵਿਰੋਧ ਵੀ ਕੀਤਾ ਕਿਸੇ ਹੱਦ ਤੱਕ। ਬੈਂਕਾਂ ਨੇ ਤਾਂ ਵਿਰੋਧ ਕਰਨਾ ਹੀ ਸੀ। ਉਹਨਾਂ ਨੇ ਕਿਹਾ ਕਿ ਬੈਂਕਸ ਆਰ ਨਾਟ ਪਿਗੀ ਬੈਂਕ ਪੇ ਐਵਰੀ ਟਾਈਮ। ਅਸੀਂ ਤਾਂ ਆਲਰੇਡੀ $7.5 ਬਿਲੀਅਨ ਟੈਕਸ ਪੇ ਕਰ ਰਹੇ ਹਾਂ। ਦੇ ਆਰ ਆਲਰੇਡੀ ਪੇਇੰਗ $7.5 ਬਿਲੀਅਨ। ਐਂਡ ਟਰੂਡੋ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਕਹਿ ਰਹੀ ਹੈ 2.5 ਬਿਲੀਅਨ ਹੋਰ ਸਾਡਾ ਅਸੀਂ ਕਲੈਕਟ ਕਰਾਂਗੇ। ਜਿਹੜੇ ਪ੍ਰਾਈਵੇਟ ਇਕੋਨੋਮਿਸਟ ਕਹਿ ਰਹੇ ਆ 5 ਸਾਲਾਂ 'ਚ $17.4 ਬਿਲੀਅਨ ਦੇ ਵਿਲ ਕਲੈਕਟ ਮੋਰ। ਹੁਣ ਜਿਹੜੀ ਫਰੋਮ ਦੀ ਬੈਂਕਸ ਐਂਡ ਇੰਸ਼ੋਰੈਂਸ ਕੰਪਨੀਜ਼, ਹੁਣ ਜਿਹੜੇ ਇਹ 'ਤੇ ਵਾਦ ਚੱਲ ਰਿਹਾ ਕਿ ਤੁਸੀਂ ਜੇ ਇਕੋਨਮੀ ਚਲਾਉਣੀ ਆ ਤੁਸੀਂ ਇੱਕ ਇੰਸਟੀਟਿਊਸ਼ਨ ਨੂੰ ਪੈਨਲਾਈਜ਼ ਨਹੀਂ ਕਰ ਸਕਦੇ। ਇਹ ਦੈਟਸ ਨਾਟ ਫੇਅਰਨੈਸ ਇਜ਼ ਕਿ ਜੇ ਜਿਹੜੀ ਵੀ ਕੰਪਨੀ ਕੋਈ $1 ਬਿਲੀਅਨ ਤੋਂ ਉੱਪਰ ਪ੍ਰੋਫਿਟ ਬਣਾਉਂਦੀ ਹੈ ਉਹਦੇ 'ਤੇ ਜੇ 3% ਕਰਨਾ ਤਾਂ ਸਾਰਿਆਂ ਲਈ ਹੋਣਾ ਚਾਹੀਦਾ। ਵਾਈ ਯੂ ਪਿਕ ਅਪ ਦੀ ਓਨਲੀ ਬੈਂਕਸ ਜੀ। ਸੋ ਇਹ ਤੇ ਪਰ ਵੈਸੇ ਸਰ ਜੇ ਵੇਖਿਆ ਜਾਵੇ ਤਾਂ ਜਾਂ ਬੈਂਕ ਇੰਸ਼ੋਰੈਂਸ ਕੰਪਨੀਆਂ ਜਾਂ ਜਿਹੜੀਆਂ ਕੰਪਨੀਆਂ ਤੁਸੀਂ ਕਹਿ ਰਹੇ ਹੋ ਬਿਗ ਜਿਹੜੇ ਜੁਆਇੰਟ ਨੇ ਜਿਹੜੇ 1 ਬਿਲੀਅਨ ਤੋਂ ਵੱਧ ਬਣਾਉਂਦੇ ਨੇ, ਅਗਰ ਉਹਨਾਂ ਦੇ ਉੱਤੇ ਥੋੜ੍ਹਾ ਜਿਹਾ ਟੈਕਸਾਂ ਦਾ ਭਾਰ ਵਧਾ ਵੀ ਦਿੱਤਾ ਜਾਂਦਾ ਤੇ ਉਹਨਾਂ ਦਾ ਪ੍ਰੋਫਿਟ 'ਚੋਂ ਹੀ ਪੈਸਾ ਜਾ ਰਿਹਾ ਨਾ ਜੀ। ਜਿਹੜੇ ਉਹਨਾਂ ਡਿਵੀਡੈਂਡ ਦੂਜਾ ਤੀਜਾ ਆਪਣੇ ਦੇਣਾ ਉਹਦੇ 'ਚ ਥੋੜ੍ਹਾ ਉੱਥੇ ਕੱਟ ਲੱਗ ਜਾਏਗਾ ਔਰ ਉਹ ਕਿਸੇ ਤਰੀਕੇ ਗੌਰਮੈਂਟ ਦੇ ਖਜ਼ਾਨੇ ਜਾਏਗਾ। ਇਹ ਤਾਂ ਹੈ ਨਹੀਂ ਕਿ ਉਹ ਕੰਪਨੀਆਂ ਜਾਂ ਉਹ ਬੈਂਕ ਜਿਹੜੇ ਆ ਉਹ ਕਿਤੇ ਉਸ ਦਹਾਨੇ ਤੇ ਚਲ ਜਾਣਗੇ ਕਿ ਉਹ ਬੈਂਕਰਪਟ ਹੋ ਜਾਣਗੇ ਟੈਕਸ ਦੇਣ ਵਾਲੀ। ਐਡੇ ਵੱਡਾ ਵਵੇਲੇ ਵਾਲੀ ਗੱਲ ਤੇ ਕੋਈ ਨਹੀਂ ਵੈਸੇ ਵੇਖਿਆ ਜਾਵੇ ਤਾਂ। ਨਹੀਂ ਐਡੀ ਕੋਈ ਖਾਸ ਗੱਲ ਨਹੀਂ। ਬੈਂਕਾਂ ਨੂੰ ਕੀ ਫਰਕ ਪੈਂਦਾ? ਉਹ ਇਹ ਕਹਿੰਦੇ ਆ ਕਿ ਉਹਨਾਂ ਦਾ ਸਿਰਫ ਇਟ ਵਿਲ ਕਾਸਟ them only 2% ਆਫ देयर ਪ੍ਰੋਫਿਟ। ਸਿਰਫ 2% ਦਾ ਪ੍ਰੋਫਿਟ ਹੋਣਾ। ਉਹ ਜਿਹੜਾ ਉਹਨਾਂ ਨੇ ਡਿਵੀਡੈਂਡ ਇਨਕਰੀਜ਼ ਕਰਨੇ ਸੀ ਉਹ ਨਹੀਂ ਕਰਨਗੇ, ਉਹ ਥੋੜੀ ਕਟੌਤੀ ਕਰ ਦੇਣਗੇ। ਹਾਂਜੀ। ਕਿਉਂਕਿ ਜਿਹੜੇ ਬੈਂਕ ਅਸਲ ਵੇਖਿਆ ਜਾਵੇ ਅਲਟੀਮੇਟਲੀ ਤੇ ਫਿਰ ਆਮ ਪਬਲਿਕ ਤੋਂ ਨਿਕਲੇਗਾ ਨਾ, ਜਿਹੜਾ ਡਿਵੀਡੈਂਡ ਜਿੰਨੇ ਮਾੜੀ ਮੋਟੀ ਇਨਵੈਸਟਮੈਂਟ ਕੀਤੀ ਆ ਜਾਂ ਜਿਹੜੇ ਇਸ ਫੀਲਡ 'ਚ ਕੰਮ ਕਰਦੇ ਤੁਸੀਂ ਬਿਹਤਰ ਜਾਣਦੇ ਹੋ ਤੇ ਉਹਨਾਂ ਨੂੰ ਕੱਟ ਲੱਗਿਆ ਤਾਂ ਮਤਲਬ ਉਹਨਾਂ ਨੇ ਇਨਡਾਇਰੈਕਟ ਟੈਕਸ ਦੇ ਦਿੱਤਾ ਕਿਸਮ ਦਾ। ਦੈਟਸ ਰਾਈਟ, ਐਗਜ਼ੈਕਟਲੀ। ਹੈ ਨਾ? ਸੀ ਵਾਟ ਹੈਪਨਸ, ਜਿਹੜੀਆਂ ਬੈਂਕਾਂ ਆ, ਬੈਂਕਾਂ ਦੀ ਇੱਕ ਤਾਂ ਹੈਗੀ ਇੱਥੇ ਮੋਨੋਪਲੀ, ਦੂਜੀਆਂ ਦੇ ਬੈਂਕਸ ਇੰਸ਼ੋਰੈਂਸ ਕੰਪਨੀਆਂ ਦੇ ਆਰ ਵੈਰੀ ਪ੍ਰੋਫਿਟੇਬਲ।
ਐਂਡ ਜਿਹੜੇ ਟੈਕਸ ਪੇਅਰਸ ਆ, ਅਸੀਂ ਵੀ ਜਿਹੜੀ ਇਨਵੈਸਟਮੈਂਟ ਕਰਦੇ ਆ ਲੋਕੀ, ਉਹਨਾਂ ਨੇ ਮੇਰੇ ਖਿਆਲ ਵਨ ਵੇ ਔਰ ਦੀ ਅਦਰ ਵੇ ਵਿੰਗੇ ਜਾਂ ਟੇਢੇ ਢੰਗ ਦੇ ਨਾਲ ਦੇ ਓਨ ਬੈਂਕ ਸ਼ੇਅਰਸ, ਜਾਂ ਤੁਸੀਂ ਮਿਊਚੁਅਲ ਫੰਡ ਥਰੂ ਲੈਂਦੇ ਹੋ ਜਾਂ ਤੁਸੀਂ ਸਿੱਧੇ ਲੈਂਦੇ ਹੋ, ਦੇ ਓਨ ਦੀ ਬੈਂਕ ਸ਼ੇਅਰਸ। ਬਿਲਕੁਲ। ਸੋ ਯੂ ਆਰ ਰਾਈਟ, ਵਨ ਵੇ ਔਰ ਦੀ ਅਦਰ ਵੇ। ਪਰ ਇਹ ਕਿੰਨੀ ਕੁ ਗਿਣਤੀ ਹੈ ਜਿਹੜੇ ਬੰਦੇ ਕਿਰਾਏ ਤੇ ਰਹਿੰਦੇ, ਜਿਹੜੇ ਟੋਟਲੀ ਇਨਵੈਸਟ ਨਹੀਂ ਕਰਦੇ, ਜਿਹੜੇ ਓਨਲੀ ਆਪਣੀ ਇਨਕਮ ਤੇ ਡਿਪੈਂਡੈਂਟ ਹੈ ਜਾਂ GIC ਤੇ ਡਿਪੈਂਡੈਂਟ ਹੈ, ਉਹਨਾਂ ਨੂੰ ਛੱਡ ਕੇ ਜਿਹੜੇ ਟੈਕਸ ਪੇਅਰਸ ਹੈ, ਜਿਹੜੇ ਜਾਂ ਇਨਵੈਸਟਰਸ ਹੈ, ਉਹਨਾਂ ਦੇ ਉੱਤੇ ਇਫੈਕਟ ਹੁੰਦਾ। ਉਹ ਕਰ ਰਹੇ, ਆਵਾਜ਼ ਉਠਾ ਰਹੇ। ਹੁਣ ਇਟ ਰਿਮੇਨਸ ਟੂ ਸੀ ਆਉਣ ਵਾਲਾ ਜਿਹੜਾ ਬਜਟ ਹੈ, ਆਉਣ ਵਾਲਾ ਬਜਟ ਮੇਰਾ ਖਿਆਲ ਉਹਦੇ ਪ੍ਰੈਸ਼ਰ ਬਿਲਡ ਹੋ ਰਿਹਾ। ਪ੍ਰੀਮੀਅਰਸ ਨੇ, ਕੈਨੇਡਾ ਦੇ ਸਾਰੇ ਪ੍ਰੀਮੀਅਰਸ ਨੇ ਇੱਕ ਲੈਟਰ ਲਿਖੀ ਹੈ ਫੈਡਰਲ ਗਵਰਨਮੈਂਟ ਨੂੰ, ਟਰੂਡੋ ਨੂੰ, ਕਿ ਯੂ ਸ਼ੁੱਡ ਹੈਵ ਅ ਮੀਟਿੰਗ, ਅਰਜੈਂਟ ਮੀਟਿੰਗ, ਕਿਉਂਕਿ ਉਹ ਭਾਲ ਰਹੇ ਆ ਜਿਹੜੀ ਪ੍ਰੋਵਿੰਸਿਸ ਨੂੰ ਫੰਡਿੰਗ ਹੈ ਉਹ 28 ਬਿਲੀਅਨ ਰਾਈਟ ਵੇ ਸਾਨੂੰ ਦਿੱਤੀ ਜਾਵੇ। ਐਂਡ ਜਿਹੜਾ ਐਨੂਅਲ ਫੰਡਿੰਗ ਹੈ ਉਹਦੇ 'ਚ ਇਸ ਵੇਲੇ ਹੁੰਦਾ ਐਨੂਅਲੀ 10% ਵਾਧਾ, ਉਹ ਵਧਾ ਕੇ, ਜਿੱਦਾਂ ਕੰਜ਼ਰਵੇਟਿਵ ਪਾਰਟੀ ਨੇ ਇਲੈਕਸ਼ਨ ਪਲੇਟਫਾਰਮ 'ਚ ਕਿਹਾ ਸੀ ਕਿ ਵੀ ਵਿਲ ਗਿਵ $60 ਬਿਲੀਅਨ ਟੂ ਦੀ ਪ੍ਰੋਵਿੰਸਿਸ। ਇਸ ਵੇਲੇ ਜਿਹੜੀ ਫੈਡਰਲ ਗਵਰਨਮੈਂਟ ਹੁੰਦੀ ਹੈ ਲਿਬਰਲ, ਇਹ ਦੇ ਰਿਹਾ 43 ਬਿਲੀਅਨ। ਉਹਦੇ 'ਚ ਵਧਾ ਕੇ ਕਹਿੰਦੇ ਆ ਵੀ 6% ਕਰ ਦਿੱਤਾ ਜਾਵੇ। ਇਹ ਪ੍ਰੀਮੀਅਰ ਕਹਿ ਰਹੇ ਆ, ਐਂਡ ਇਸ ਵੇਲੇ ਕਰ ਰਹੇ 3%, 10%। ਉਹਦੇ ਸੋ ਪ੍ਰੈਸ਼ਰ ਬਿਲਡ ਹੋ ਰਿਹਾ ਜੀ। ਹੁਣ ਵੀ ਗੋਨਾ ਐਂਡ ਐਵਰੀਬody ਗੋਨਾ ਵਾਚ ਦੀ ਬਜਟ, ਕਿ ਬਜਟ ਦੇ ਵਿੱਚ ਕੀ ਲਿਆਉਂਦੇ ਆ, ਕਿਹਨੂੰ ਇਫੈਕਟ ਕਰਦੇ ਆ। ਪਹਿਲਾਂ ਤਾਂ ਜਿੰਨੇ ਨਾਅਰੇ ਦਿੱਤੇ ਆ, ਗੁੱਡੀਜ਼ ਦਿੱਤੀਆਂ, ਜਿਹੜੇ ਸਪੈਂਡਿੰਗ ਦੀ ਦਿੱਤੇ ਆ, ਉਹ ਕਿੱਥੋਂ ਆਉਣਗੇ। ਹੁਣ ਜਿਹੜੇ ਲਿਬਰਲ ਸਰਕਾਰ ਸਰਵਾਈਵ ਨਹੀਂ ਕਰ ਸਕਦੀ ਵਿਦਆਊਟ ਦੀ ਹੈਲਪ ਆਫ ਦੀ ਵਨ ਪਾਰਟੀ, ਚਾਹੇ ਉਹ NDP ਹੋਵੇ ਜਾਂ ਬਲਾਕ ਕਿਊਬਕ ਹੋਵੇ ਜਾਂ ਕੰਜ਼ਰਵੇਟਿਵ ਹੋਣ। ਹੁਣ ਕੰਜ਼ਰਵੇਟਿਵ ਤਾਂ ਉਹ ਕਹਿੰਦੇ ਅਸੀਂ ਤਾਂ ਬਰਾਬਰ ਦੇ ਭਾਈ ਵਾਲੇ ਆ, 119 ਸੀਟਾਂ ਉਹਨਾਂ ਨੇ ਜਿੱਤੀਆਂ, ਮੇਰੇ ਖਿਆਲ ਉਹ ਤਾਂ ਨਹੀਂ ਸਪੋਰਟ ਕਰਨਗੇ। ਫਿਰ ਬਾਕੀ ਦੋ ਹੀ ਬਚੀਆਂ, ਇੱਕ ਬਲਾਕ ਕਿਊਬਕ ਫਸਟ ਹੈਗੀ ਲਿਬਰਲ, ਦੂਸਰੀ ਕੰਜ਼ਰਵੇਟਿਵ, ਤੀਸਰੀ ਬਲਾਕ ਜਿਹੜੀ NDP ਉਹ ਚੌਥੇ ਥਾਂ 'ਤੇ ਆਉਂਦੀ ਹੈ। ਗ੍ਰੀਨ ਦੀਆਂ ਸਿਰਫ ਦੋ ਸੀਟਾਂ ਮਿਲੀਆਂ। ਸੋ ਬਲਾਕ ਦੀਆਂ ਵੀ ਆਪਣੀਆਂ ਸ਼ਰਤਾਂ। ਬਲਾਕ ਨੇ ਕਿਹਾ ਵੀ ਸੀਨੀਅਰਸ ਨੂੰ ਪੈਸੇ ਹੋਰ ਦਿਓ ਅਤੇ ਪ੍ਰੋਵਿੰਸਿਸ ਨੂੰ $28 ਬਿਲੀਅਨ ਰਾਈਟ ਵੇ ਟਰਾਂਸਫਰ ਕਰੋ, ਦੈਨ ਵੀ ਵਿਲ ਸਪੋਰਟ ਯੂ। ਐਂਡ ਫਿਰ ਹੈਗਾ ਬਚ ਗਿਆ ਜਗਮੀਤ ਸਿੰਘ ਨੇ ਪਿਛਲੀ ਗਵਰਨਮੈਂਟ ਦੇ ਵਿੱਚ ਵੀ ਉਹਨੇ ਜਿੰਨੀਆਂ ਡਿਮਾਂਡਸ ਮੰਗੀਆਂ ਸੀ ਉਹਦੇ 'ਤੇ ਟਰੂਡੋ ਨੇ ਵਿੰਗੇ ਜਾਂ ਟੇਢੇ ਢੰਗ ਦੇ ਨਾਲ ਹੀ ਐਕਸੈਪਟਡ ਦੈਮ। ਹੁਣ ਜਿਹੜੀ ਜਗਮੀਤ ਸਿੰਘ ਦੀ ਡਿਮਾਂਡਸ ਆ ਉਹ ਤਾਂ ਬਹੁਤ ਹੈ। ਇੱਕ ਤਾਂ ਉਹਨੇ ਕਿਹਾ ਕਿ $214 ਬਿਲੀਅਨ ਦੀ ਸਪੈਂਡਿੰਗ ਹੈ ਉਹਦੀ, ਜਿਹੜੀ ਜਗਮੀਤ ਸਿੰਘ ਨੇ ਲਿਸਟ ਬਣਾਈ ਹੈ। ਉਹਦੇ 'ਚ ਟੌਪ ਆਫ ਦੀ ਲਿਸਟ ਉਹ ਕਹਿੰਦਾ ਫਾਰਮਾ ਕੇਅਰ ਫ੍ਰੀ ਕਰੋ। ਫਿਰ ਕਹਿੰਦਾ ਉਹਦੀ ਕਾਸਟ ਹੈਗੀ 38.2 ਬਿਲੀਅਨ। ਫਿਰ ਉਹ ਕਹਿੰਦਾ ਡੈਂਟਲ ਖਾਸ ਤੌਰ 'ਤੇ ਜਿਹੜੇ ਮੈਂਟਲ ਹੈ ਅਤੇ ਓਲਡ ਪੀਪਲ ਹੈ ਇਹਨਾਂ ਨੂੰ ਫ੍ਰੀ ਕਰੋ। ਅਤੇ ਉਹ ਤੋਂ ਬਾਅਦ ਉਹ ਤਾਂ ਸਾਰਿਆਂ ਨੂੰ ਕਹਿੰਦਾ ਵੀ ਫ੍ਰੀ ਕਰੋ। ਉਹਦੀ ਕਾਸਟ ਹੋਣੀ 11.1 ਬਿਲੀਅਨ ਐਂਡ ਔਨ। ਐਂਡ ਫਿਰ ਉਹ ਇਹ ਕਹਿੰਦਾ ਵੀ ਬੈਂਕਾਂ 'ਤੇ 10% ਜਿਹੜਾ ਟੈਕਸ ਲਾਇਆ ਥੋੜ੍ਹਾ, ਇਹਨਾਂ 'ਤੇ ਹੋਰ ਲਾਓ। ਐਂਡ ਜਿਹੜੇ ਆਮ ਅਤੇ ਸਧਾਰਨ ਬੰਦਿਆਂ ਦੇ ਉੱਤੇ ਵੀ ਕਹਿੰਦਾ ਜਿਹੜਾ ਬੰਦਾ 2,10,000 ਤੋਂ ਉੱਪਰ ਬਣਾਉਂਦਾ ਉਹ 'ਤੇ 1%, ਪਤਾ ਨਹੀਂ 1 ਜਾਂ 2% ਕਿਹਾ। ਫਿਰ ਜਿਹੜਾ ਬੰਦਾ ਅਲਟਰਾ ਰਿਚ ਹੈ, ਅਲਟਰਾ ਰਿਚ ਦੀ ਹੁਣ ਮੈਨੂੰ ਪਤਾ ਨਹੀਂ ਕੀ ਹੈਗੀ ਹੈ ਡੈਫੀਨੀਸ਼ਨ, 1 ਮਿਲੀਅਨ। ਜੇ ਮਿਲੀਅਨ ਫਿਰ ਸਾਰੇ ਮਿਲੀਅਨੇਰ ਹੈ, ਕਿਉਂਕਿ ਜੇ ਹੁਣ ਘਰਾਂ ਦੀ ਕੀਮਤ ਦੇਖੋ, ਘਰ ਤਾਂ ਹੁਣ ਮਿਲੀਅਨ ਤੋਂ ਉੱਪਰ ਹੈ। ਸੋ ਸ਼ਾਇਦ ਪਰਹੈਪਸ 10 ਮਿਲੀਅਨ ਤੋਂ ਓਵਰ ਜਿਹੜੇ ਜਿਨ੍ਹਾਂ ਦੀ ਇਨਕਮ ਹੈ ਜਾਂ ਅਸੈਟਸ ਹੈ, ਇਹ ਵੀ ਹਾਲੇ ਡਿਟੇਲ ਆਉਣੇ ਵਾਲੀ ਬਾਕੀ ਆ। ਕਿ ਉਹ ਇਹ ਕਹਿ ਰਿਹਾ ਵੀ 10 ਮਿਲੀਅਨ ਜਿਹੜੇ ਕਮਾਉਂਦੇ ਆ ਉਹਨਾਂ ਦੇ ਉੱਤੇ ਟੈਕਸ, ਕਿ ਜਾਂ 10 ਮਿਲੀਅਨ ਦੀ ਤੁਹਾਡੀ ਟੋਟਲ ਜਿੰਨੀ ਮੇਰੇ ਖਿਆਲ ਕਮਾਉਂਦੇ ਤੇ ਹੋਏਗਾ 1 ਮਿਲੀਅਨ ਦੀ ਜਿਹੜੀ ਵਰਥ ਆ, ਉਹ ਤਾਂ ਤੁਸੀਂ ਦੱਸ ਹੀ ਰਹੇ ਹੋ ਕਿ ਇੱਕ 3 ਬੈਡਰੂਮ ਦਾ ਘਰ ਆ, ਤੇ ਉਹ ਵੀ ਬੰਦਾ ਫਿਰ ਉਹਦੇ ਘੇਰੇ 'ਚ ਆ ਜਾਏਗਾ। ਉਹ ਤਾਂ ਬਹੁਤ ਮੁਸ਼ਕਿਲ ਹੋ ਜਾਏਗਾ, ਉਹ ਤਾਂ ਲੋਕੀ ਹਾਹਾਕਾਰ ਹੋ ਜਾਏਗੀ। ਹਾਂ, ਅੱਛਾ, ਮੈਂ ਤੁਹਾਡੇ ਕੋਲ ਚਲੋ ਇੱਕ ਥੋੜ੍ਹਾ ਜਿਹਾ ਸਿਆਸੀ ਸਵਾਲ ਹੈ, ਦੂਜਾ ਇਕੋਨਮੀ ਨਾਲ ਤਾਂ ਅਸੀਂ ਗੱਲ ਕਰ ਹੀ ਰਹੇ ਹਾਂ। ਕਿ ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਇਟਲੀ 'ਚ ਚੱਲ ਗਿਆ ਕਿ ਉੱਥੇ ਮਿਨੋਰਟੀ ਸਰਕਾਰੀ ਹਮੇਸ਼ਾ ਬਣਦੀ ਆ, ਅਤੇ ਕੁਝ ਲੋਕਾਂ ਦਾ ਮੰਨਣਾ ਇਹ ਆ ਕਿ ਭਾਵੇਂ ਇੱਕ ਡੈਮੋਕ੍ਰੇਸੀ ਦੇ ਕਈ ਜਿਹੜੇ ਡੀਮੈਰਿਟਸ ਨੇ ਉਹਨਾਂ 'ਚ ਇੱਕ ਇਹ ਵੀ ਆ,
ਪਰ ਕਿਤੇ ਨਾ ਕਿਤੇ ਲੋਕ ਕਹਿੰਦੇ ਆ ਕਿ ਜਿਹੜੀ ਮਿਨੋਰਟੀ ਸਰਕਾਰ ਹੁੰਦੀ ਆ ਹਮੇਸ਼ਾ ਪਬਲਿਕ ਦੇ ਜਾਂ ਵੋਟਰ ਦੇ ਹੱਕ 'ਚ ਹੁੰਦੀ ਆ। ਮੈਨੂੰ ਇਹ ਦੱਸੋ ਵੀ ਇਹ ਵਾਕਿਆ ਇਹ ਸੱਚ ਆ, ਮਤਲਬ ਕੰਟਰੀ ਦੀ ਫੇਵਰ 'ਚ ਹੋਵੇ ਨਾ ਹੋਵੇ, ਉੱਥੋਂ ਦੇ ਲੋਕਾਂ ਨੂੰ ਖੁਸ਼ ਰੱਖਣ ਲਈ ਉਹ ਯਤਨ ਸਾਰੇ ਕਰਨਾ ਪੈਂਦੇ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਸਥਿਤੀ ਇੰਨੀ ਮਜ਼ਬੂਤ ਨਹੀਂ ਹੁੰਦੀ। ਆਪਾਂ ਭਾਰਤ ਦੀ ਮਿਸਾਲ ਲਈਏ, ਜੋ 300 ਤੋਂ ਵੱਧ ਸੀਟਾਂ ਦੇ ਕੇ ਭੇਜਤਾ ਮੋਦੀ ਸਾਹਿਬ ਨੂੰ, ਉਹ ਕਿਸੇ ਨੂੰ ਗੌਲਦੇ ਨਹੀਂ, ਨਾ ਆਪੋਜੀਸ਼ਨ ਨੂੰ, ਨਾ ਕਿਸੇ ਲੋਕ ਸੜਕਾਂ ਤੇ ਰੁੜ ਰਹੇ ਆ, 700 ਦੇ ਕਰੀਬ ਸ਼ਹੀਦੀਆਂ ਹੋ ਗਈਆਂ ਉੱਥੇ, ਉਹ ਕਹਿੰਦੇ ਪਰਵਾਹ ਹੀ ਕੋਈ ਨਹੀਂ। ਤੇ ਜਿਹੜੀ ਮਿਨੋਰਟੀ ਸਰਕਾਰ, ਜੇ ਉਹ ਮਿਨੋਰਟੀ 'ਚ ਹੁੰਦੇ ਮੋਦੀ ਨਹੀਂ, ਵਾਜਪਾਈ ਵਾਂਗੂ ਜਗਾੜ ਵਾਲੀ ਸਰਕਾਰ ਹੁੰਦੀ ਉਹਨਾਂ ਦੀ, ਫਿਰ ਕੋਈ ਤੇਵਰ ਹੋਰ ਹੋਣੇ ਸੀ ਉਹਨਾਂ ਦੇ। ਇਹ ਮੈਨੂੰ ਸਮਝਾਓ ਵੀ ਇਹਦਾ ਕੋਈ ਕੰਟਰੀ ਨੂੰ ਕੋਈ ਨੁਕਸਾਨ ਹੁੰਦਾ, ਫਾਇਦਾ ਹੁੰਦਾ, ਆਮ ਲੋਕਾਂ ਨੂੰ ਕੀ ਫਾਇਦਾ ਹੁੰਦਾ? ਮੈਂ ਤੁਹਾਡੇ ਨਾਲ ਬਿਲਕੁਲ ਇਸ ਗੱਲ ਦੇ ਉੱਤੇ ਐਗਰੀ ਹਾਂ। ਇਹ ਜਨਰਲੀ ਕੰਸੈਂਸਸ ਹੈ, ਲੋਕੀ ਇਹ ਫੀਲ ਕਰਦੇ ਆ। ਮੈਂ ਤਾਂ ਆਪ ਉਹਨਾਂ ਦੇ ਵਿੱਚੋਂ ਇੱਕ ਹਾਂ ਕਿ ਜਿਹੜੀ ਮਿਨੋਰਟੀ ਸਰਕਾਰ ਆਉਂਦੀ ਆ, ਉਹ ਦੈਟਸ ਗੁੱਡ ਫॉर ਦੀ ਪੀਪਲ, ਦੈਟਸ ਗੁੱਡ ਫॉर ਦੀ ਟੈਕਸ ਪੇਅਰਸ, ਗੁੱਡ ਫॉर ਦੀ ਸਿਟੀਜ਼ਨਸ, ਕਿਉਂਕਿ ਉਹ ਫਿਰ ਬਚ ਕੇ ਜਿਹੜਾ ਵੀ ਕੰਮ ਕਰਦੇ ਆ ਉਹ ਬਚ ਕੇ ਕਰਦੇ ਆ, ਲੋਕਾਂ ਦੇ ਹਿੱਤਾਂ ਦੀ ਗੱਲ ਕਰ ਰਹੇ ਆ। ਫਿਰ ਆਪਾਂ ਨੂੰ ਉਹ ਭੁੱਲ ਜਾਣਾ ਚਾਹੀਦਾ ਨਾ ਕਿ ਕਿੰਨਾ ਡੈਥ ਹੋ ਗਿਆ, ਉਹ ਫਿਰ ਚੀਜ਼ਾਂ ਫਿਰ ਆਪਾਂ ਨੂੰ ਭੁੱਲ ਜਾਣੀ ਚਾਹੀਦੀ ਨਾ। ਜੇ ਆਪਾਂ ਇਹ ਜੋ ਸੋਚਦੇ ਹਾਂ ਤੇ ਇੱਕ ਇਸ ਤਸਵੀਰ ਦਾ ਦੂਜਾ ਪਾਸਾ ਕਿ ਕੰਟਰੀ ਸਿਰ ਇੰਨਾ ਡੈਥ ਹੋ ਗਿਆ, ਬਜਟ ਡੈਫਿਸਿਟ ਇੰਨਾ ਹੋ ਗਿਆ, ਜਦੋਂ ਉਹ ਅੰਕੜੇ ਆਉਂਦੇ ਆ ਤੇ ਇੱਕ ਪਾਸੇ ਅਸੀਂ ਇਹ ਕਹਿੰਦੇ ਆ ਕਿ ਹਮੇਸ਼ਾ ਪਬਲਿਕ ਦੇ ਹਿੱਤ 'ਚ ਆ, ਤੇ ਹਿੱਤ ਪਬਲਿਕ ਦਾ ਇਹਨਾਂ ਦੋਵਾਂ 'ਚੋਂ ਕਿਹੜਾ ਪ੍ਰਾਇੋਰਟੀ ਤੇ ਆ, ਕੰਟਰੀ ਕੇ? ਦੇਖੋ ਯੂ ਆਰ ਰਾਈਟ, ਕਿਉਂਕਿ ਐਂਡ ਆਫ ਅ ਡੇ ਸਮਟਾਈਮਸ ਦੇ ਹੈਵ ਟੂ ਐਡਰੈਸ ਦਿਸ ਇਸ਼ੂ ਕਿ ਜਿਹੜਾ ਡੈਟ ਆ ਉਹ ਕਿੰਨਾ ਹੋਰ ਵਧੀ ਜਾਣਾ। $1 ਟ੍ਰਿਲੀਅਨ ਕਿਤੇ ਥੋੜਾ ਹੁੰਦਾ, 1.1 ਟ੍ਰਿਲੀਅਨ ਡਾਲਰ ਡੈਟ। ਫਿਰ ਡੈਟ ਇਕੱਲਾ ਹੀ ਡੈਟ ਨਹੀਂ, ਡੈਟ ਟੂ ਸਰਵ ਦੀ ਡੈਟ ਦੇ ਉੱਤੇ ਇੰਟਰਸਟ ਕਿੰਨਾ ਆ ਰਿਹਾ, ਰਾਈਟ। ਫਿਰ ਹੈਗਾ ਡੈਫਿਸਿਟ ਇਹ ਟਰੂਡੋ ਨੇ, ਲਿਬਰਲ ਸਰਕਾਰ ਨੇ ਆਉਂਦਿਆਂ ਨੇ ਸਪੀਡ ਅਪ ਕਰਤਾ, ਕਿਉਂਕਿ ਕੋਵਿਡ-19 ਕਰਕੇ। ਇਕੱਲੇ ਇਹ ਨਹੀਂ ਕੀਤਾ, ਸਾਰੇ ਵਰਲਡ ਇਕੋਨਮੀ ਜਿਹੜੀ ਕੈਪੀਟਲਿਸਟ ਇਕੋਨਮੀ ਆ, ਇਹਨਾਂ ਸਾਰਿਆਂ ਨੇ ਇਹ ਕੰਮ ਕੀਤਾ। ਇਹਨਾਂ ਨੇ ਸੌਖਾ ਕੰਮ ਲੱਭ ਲਿਆ ਕਿ ਚੁੱਪ ਕਰਕੇ ਪ੍ਰਿੰਟ ਕਰਕੇ ਪੈਸੇ ਸਿੱਟੀ ਜਾਓ, ਲੋਕਾਂ ਨੂੰ ਰਨ ਦੀ ਇਕੋਨਮੀ। ਸਮਟਾਈਮਸ ਦੇ ਹੈਵ ਇਟ ਵਿਲ ਬੀ ਵੈਰੀ ਡਿਫਿਕਲਟ ਫॉर देम ਸਾਰੇ ਕੰਮ ਕਰਨੇ, ਐਂਡ ਪ੍ਰੈਸ਼ਰ ਬਿਲਡ ਹੋਣਾ ਸ਼ੁਰੂ ਹੋ ਗਿਆ ਕਿ ਵੈਨ ਯੂ ਗੋਨਾ ਐਡਰੈਸ ਦੀ ਡੈਫਿਸਿਟ। ਇਹ ਟਰੂਡੋ ਕਹਿ ਰਿਹਾ ਕਿ ਸਾਡਾ ਡੈਫਿਸਿਟ ਹੋਊਗਾ $52.1 ਬਿਲੀਅਨ ਔਨ ਦੀ ਐਂਡ ਆਫ 4 years। ਜਿਹੜੇ ਇਕੋਨੋਮਿਸਟ ਆ ਉਹ ਕਹਿ ਰਿਹਾ ਵੀ ਇਹ ਤੋਂ ਕਿਤੇ ਵੱਧ ਹੋ ਜਾਣਾ, ਕਿਉਂਕਿ ਜਿਸ ਹਿਸਾਬ ਦੇ ਨਾਲ ਸਪੈਂਡਿੰਗ ਹੋ ਰਹੀ ਆ। ਲਿਬਰਲ ਨੇ ਕਿਹਾ ਕਿ $78 ਬਿਲੀਅਨ ਅਸੀਂ ਸਪੈਂਡਿੰਗ ਕਰਾਂਗੇ। ਉਹਦੇ ਤੇ ਵੀ ਲਾਈਕ ਇਟ ਔਰ ਨਾਟ, ਗਿੱਲ ਸਾਹਿਬ, ਆਈ ਥਿੰਕ ਵੀ ਸ਼ੁੱਡ ਬੀ ਰੈਡੀ ਫॉर ਮੋਰ ਟੈਕਸਿਸ ਆਰ ਕਮਿੰਗ। ਡਜ਼ਨਟ ਮੈਟਰ ਚਾਹੇ ਮਿਨੋਰਟੀ ਸਰਕਾਰ ਹੈ ਚਾਹੇ ਮੈਜੋਰਟੀ ਸਰਕਾਰ ਹੈ। ਮੈਜੋਰਟੀ ਸਰਕਾਰ ਹੁੰਦੀ ਤਾਂ ਇਹਨਾਂ ਨੇ ਅਗਰੈਸਿਵਲੀ ਕਰਨਾ ਸੀ, ਫਿਰ ਸਪੈਂਡਿੰਗ ਦੇ ਵਿੱਚ ਕਟੌਤੀ ਕਰਨੀ ਸੀ। ਹੁਣ ਸ਼ਾਇਦ ਸਪੈਂਡਿੰਗ ਵਿੱਚ ਕਟੌਤੀ ਨਾ ਕਰਨ, ਉਹੀ ਮਿਡਲ ਕਲਾਸ ਤੇ ਜਿਹੜੀ ਅਪਰ ਕਲਾਸ ਹੈ ਆਲਰੇਡੀ ਦੇ ਸਟਾਰਟ ਟੂ ਟਾਕ ਅਬਾਊਟ ਦੀ ਟੈਕਸਿਸ, ਕਿਉਂਕਿ ਅੱਜ ਜਿੱਦਾਂ ਬੈਂਕਾਂ ਦੇ ਉੱਤੇ ਟੈਕਸ, ਇੰਸ਼ੋਰੈਂਸ ਕੰਪਨੀਆਂ ਦੇ ਉੱਤੇ ਟੈਕਸ, ਐਂਡ ਰਿਚ ਬੰਦਿਆਂ ਦੇ ਉੱਤੇ ਟੈਕਸ ਵੀ ਸ਼ੁੱਡ ਰੈਡੀ ਫॉर ਟੈਕਸ। ਅੱਛਾ, ਤੁਸੀਂ ਇੱਕ ਜ਼ਿਕਰ ਕੀਤਾ ਆਪਣੀ ਗੱਲਬਾਤ ਦੇ ਵਿੱਚ ਕਿ ਜਿਹੜਾ ਪੈਂਡੈਮਿਕ ਚੱਲ ਰਿਹਾ ਵਾ, ਜਿਹੜਾ ਹਾਲਾਤ ਮਹਾਮਾਰੀ ਵਾਲੇ ਚੱਲ ਰਹੇ ਆ, ਇਹਦੇ ਵਿੱਚ ਜਿਸ ਤਰ੍ਹਾਂ ਸਰਕਾਰਾਂ ਨੇ ਬਹੁਤ ਸਾਰੀ ਫੰਡਿੰਗ ਕੀਤੀ ਲੋਕਾਂ ਨੂੰ, ਆਮ ਲੋਕਾਂ ਨੂੰ ਜਿੱਦਾਂ ਸਰਵ ਵਗੈਰਾ ਦਿੱਤਾ, ਤੇ ਨਾਲ ਦੀ ਨਾਲ ਬਿਜ਼ਨਸ ਨੂੰ ਵੀ ਕਾਫੀ ਸਪੋਰਟ ਕੀਤੀ ਆ। ਤੇ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਸਵਾਲ ਬਿਜ਼ਨਸ ਨਾਲ ਹਾਲਾਂ ਵੀ ਮਤਲਬ ਉਹ ਫੇਅਰ ਲੈਵਲ ਤੇ ਗੱਲ ਨਹੀਂ ਹੋ ਰਹੀ, ਮਤਲਬ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਕਿਉਂਕਿ ਜਿੰਨੀਆਂ ਪਾਬੰਦੀਆਂ ਨੇ ਹੁਣ ਤੁਸੀਂ ਵੇਖ ਲਓ, ਹੁਣ ਕਹਿਤਾ ਇਹਨਾਂ ਨੇ ਵੈਕਸੀਨ ਪਾਸਪੋਰਟ, ਰੈਸਟੋਰੈਂਟ 'ਚ ਬੰਦਾ ਉਹ ਜਾ ਸਕਦਾ ਜਿਹਨੇ ਦੋਵੇਂ ਵੈਕਸੀਨ ਲਵਾਈਆਂ, ਨਹੀਂ ਤੇ ਉਹ ਬੰਦਾ ਰੈਸਟੋਰੈਂਟ 'ਚ ਬਹਿ ਕੇ ਖਾਣਾ ਨਹੀਂ ਸਕਦਾ। ਉਹਦਾ ਅਸਰ ਕਿਤੇ ਆ ਇੰਡਾਇਰੈਕਟਲੀ ਬਿਜ਼ਨਸ ਛੋਟੇ ਦੇ। ਜਿਹੜੇ ਆਫਿਸ ਨੇ ਉਹਨਾਂ ਵਿੱਚ ਜਾਣ ਲਈ ਵੀ ਇਹ ਪਾਬੰਦੀਆਂ ਲਾਤੀਆਂ, ਉੱਤੇ ਭਾਰੀ ਜੁਰਮਾਨੇ ਰੱਖਦੇ ਵੀ ਜੇ ਕੋਈ ਬੰਦਾ ਦੋਨੇ ਵੈਕਸੀਨ ਨਹੀਂ ਲਵਾਈਆਂ ਤੇ ਉਹ ਕਿਸੇ ਆਫਿਸ ਵੀ ਇੰਟਰ ਹੁੰਦਾ, ਪਬਲਿਕ ਪਲੇਸ ਤੇ ਇੰਟਰ ਹੁੰਦਾ ਆ, ਤੇ ਉਹਦੇ ਤੇ ਉਹਨੂੰ ਕਹਿੰਦੇ ਵੈਕਸੀਨ ਪਾਸਪੋਰਟ। ਹਾਂਜੀ, ਮੇਰੇ ਨਾਲ ਕੱਲ ਹੋਇਆ। ਹਾਂਜੀ, ਨਹੀਂ ਮੇਰਾ ਸਵਾਲ ਇਹ ਤੋਂ ਵੱਖਰਾ ਆ। ਵੈਕਸੀਨ ਪਾਸਪੋਰਟ ਆਪਣੇ ਉੱਤੇ ਕਰਦੇ ਉੱਤੇ ਵੀ ਗੱਲ, ਮੇਰਾ ਸਵਾਲ ਇਹ ਆ ਕਿ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਸਮਾਲ ਬਿਜ਼ਨਸ ਨੂੰ ਬਹੁਤ ਕੁਝ ਦੇ ਦਿੱਤਾ, ਦੂਜੇ ਪਾਸੇ ਸਮਾਲ ਬਿਜ਼ਨਸ ਲਗਾਤਾਰ ਬੰਦ ਰੱਖੇ ਗਏ, ਵੱਡੇ ਅਦਾਰੇ ਵਾਲਮਾਰਟ ਵਰਗੇ ਖੁੱਲ੍ਹੇ ਰੱਖੇ ਗਏ, ਹੋਰ ਵੀ ਵੱਡੀਆਂ ਜਿਹੜੇ ਕੋਸਕੋ ਖੁੱਲ੍ਹਾ ਸੀ, ਦੂਜੇ ਖੁੱਲ੍ਹੇ ਸੀ। ਹਾਂ, ਜਦੋਂ ਬਾਅਦ 'ਚ ਪ੍ਰੈਸ਼ਰ ਆਇਆ ਤੇ ਕੁਝ ਇੱਕ ਜਿਹੜੇ ਉਹਨਾਂ ਦੇ ਸੈਕਸ਼ਨ ਸੀਗੇ ਉਹ ਜ਼ਰੂਰ ਬੰਦ ਕੀਤੇ ਗਏ। ਪਹਿਲਾਂ ਇਹ ਸੀਗਾ, ਹੁਣ ਵਾਲਮਾਰਟ ਤੇ ਫਾਰਮੇਸੀ ਤੋਂ ਲੈ ਕੇ ਹਰ ਚੀਜ਼ ਵੇਚਦਾ,
ਫਰੂਟ ਸਬਜ਼ੀਆਂ ਇਹ ਉਹ ਜੋ ਤੁਹਾਡੀਆਂ ਡੇਲੀ ਨੀਡ ਸਾਰੀਆਂ ਚੀਜ਼ਾਂ ਕਰਦਾ ਹੈ, ਉੱਤੇ ਕੋਈ ਪਾਬੰਦੀ ਨਹੀਂ ਸੀ। ਤੇ ਇੱਕ ਛੋਟਾ ਦੁਕਾਨਦਾਰ ਵਿਚਾਰਾ ਖੜਾ ਨਿੱਕੇ ਵਾਲੇ, ਉਹਨਾਂ ਨੂੰ ਬੰਦ ਰੱਖਿਆ ਗਿਆ। ਲੋਕ ਕਹਿੰਦੇ ਆ ਕਿ ਇਹ ਫੇਰ ਨਹੀਂ ਹੋਇਆ, ਕਿਤੇ ਨਾ ਕਿਤੇ ਸਮਾਲ ਬਿਜ਼ਨਸ ਨਾਲ ਫਿਰ ਵੀ ਨਜਾਇਜ਼ ਹੋਈ ਆ, ਤੇ ਹੁਣ ਅੱਗੇ ਵੀ ਹੋ ਰਹੀ ਆ, ਜਿਹਦਾ ਦੂਜਾ ਨਾਂ ਰੱਖਤਾ ਵੈਕਸੀਨ ਪਾਸਪੋਰਟ, ਜਿਹਨੂੰ ਕਹਿ ਰਹੇ ਹੋ ਤੁਸੀਂ, ਕਿ ਤੁਸੀਂ ਉਹਦੇ ਤੋਂ ਬਗੈਰ ਸਮਾਲ ਬਿਜ਼ਨਸ ਅਦਾਰਿਆਂ 'ਚ ਨਹੀਂ ਇੰਟਰ ਕਰ ਸਕੋਗੇ। ਗਿੱਲ ਸਾਹਿਬ, ਆਈ ਥਿੰਕ ਇਟਸ ਈਜ਼ੀ ਟੂ ਕ੍ਰਿਟਿਸਾਈਜ਼। ਜਿਹੜੀ ਜੇ ਉਹਨਾਂ ਦੇ ਥਾਂ ਆਪਾਂ ਵੀ ਹੋਈਏ, ਆਪਾਂ ਵੀ ਕੀ ਕਰਾਂਗੇ? ਇਫ ਦੇ ਡੂ ਡੈਮ, ਇਫ ਦੇ ਡੋਂਟ ਡੂ ਡੈਮ। ਲੁੱਕ ਐਟ ਅਲਬਰਟਾ 'ਚ ਉਹਨੇ ਮਿਸਟਰ ਕੈਨੀ ਨੇ ਹਟਾਤਾ ਸੀ, ਉਹ ਮੰਨਿਆ ਨਹੀਂ। ਉੱਥੇ ਕੇਸਿਸ ਵਧਣੇ ਸ਼ੁਰੂ ਹੋ ਗਏ, ਇਸ ਸਪੀਡ ਦੇ ਨਾਲ ਵਧਣੇ ਸ਼ੁਰੂ ਹੋ ਗਏ। ਕੈਨੀ ਸਾਹਿਬ ਦੀ ਖਤਰੇ 'ਚ ਆ ਗਈ, ਹਸਪਤਾਲਾਂ 'ਚ ਥਾਂ ਨਹੀਂ ਮਿਲ ਰਿਹਾ। ਜਿਹੜੀਆਂ ਰੈਗੂਲਰ ਸਰਜਰੀ ਸੀ ਉਹ ਸਸਪੈਂਡ ਕਰਨੀਆਂ ਪਈਆਂ। ਐਂਡ ਦੈਨ ਦੀ ਪ੍ਰੀਮੀਅਰ ਕੈਨੀ, ਉਹਦੇ ਉੱਤੇ ਕ੍ਰਿਟਿਸਿਜ਼ਮ ਹੋਣਾ ਸ਼ੁਰੂ ਹੋ ਗਿਆ, ਔਰ ਉਹਦੇ ਆਪਣੀ ਕਾਕਸ ਦੇ ਵਿੱਚ ਵੀ ਡਿਵੀਜ਼ਨ ਹੈ, ਉਹ ਤਾਂ ਹੁਣ ਰਿਜ਼ਾਈਨ ਮੰਗ ਰਹੇ ਆ। ਸੋ ਵਟ ਕੈਨ ਯੂ ਡੂ? ਕਿਉਂਕਿ ਜਿਹੜੇ ਪੈਂਡਮਿਕ 19 ਹੈ, ਇਟਸ ਵੈਰੀ ਭਿਆਨਕ। ਇਹਨੇ ਮਨੁੱਖੀ ਜ਼ਿੰਦਗੀ ਜਿਹੜੀ ਆ ਤਬਦੀਲ ਕਰਕੇ ਰੱਖਤੀ। ਮਨੁੱਖੀ ਜ਼ਿੰਦਗੀ ਤਬਦੀਲ ਨਹੀਂ ਕੀਤੀ, ਬਲਕਿ ਚੈਲੰਜ ਹਰ ਸਰਕਾਰ ਲਈ ਚੈਲੰਜ ਹੈ, ਹਰ ਲੀਡਰ ਲਈ ਚੈਲੰਜ ਹੈ। ਉਹਨਾਂ ਨੂੰ ਆਪ ਨਹੀਂ ਪਤਾ ਲੱਗ ਰਿਹਾ ਕੀ ਕਰਨ। ਹੁਣ ਰਜਿਸਟ ਕਰਦਾ ਸੀ ਆਪਣਾ ਫੋਰਡ, ਇਹ ਵੀ ਨਹੀਂ ਸੀ ਮੰਨਦਾ, ਇਹ ਹੱਕ ਵਿੱਚ ਨਹੀਂ ਸੀ। ਪਰ ਜਿਹੜੀਆਂ ਕੰਡੀਸ਼ਨਸ ਦੇਖ ਕੇ, ਲੋਕ ਐਟ ਵੈਨਕੂਵਰ, ਲੋਕ ਐਟ ਅਲਬਰਟਾ, ਲੋਕ ਐਟ ਸਸਕੈਚੁਆਨ, ਲੋਕ ਐਟ ਈਵਨ ਮੌਂਟਰੀਆਲ, ਕੇਸਿਸ ਆਰ ਗਰੋਇੰਗ ਐਵਰੀ ਡੇ। ਈਵਨ ਇੱਥੇ ਵੀ ਫਾਈਨਲੀ ਫੋਰਡ ਹੈਵ ਗਿਵਨ ਅਪ। ਇਸ ਕਰਕੇ ਇਹਨੇ ਕੀਤਾ। ਇਟ ਇਜ਼ ਵੈਰੀ ਇੰਪੋਰਟੈਂਟ ਹੁਣ ਰਿਹਾ। ਐਂਡ ਯੂ ਆਰ ਰਾਈਟ, ਜੇ ਅਸੀਂ ਉਹ ਪਾਸਪੋਰਟ ਅਪਲਾਈ ਕਰਤੇ ਦਿਖਾਲਣੇ ਹਰ ਥਾਂ, ਉਹਦੇ ਕੰਸੀਕੁਐਂਸਿਸ ਵੀ ਹੈ। ਹੁਣ ਮੈਂ ਕੱਲ੍ਹ ਗਿਆ ਸੀ ਮੇਰੇ ਖਿਆਲ ਟਰੈਵਲ ਕਰਨ ਤੱਕ ਤੇ ਬਹੁਤ ਵਧੀਆ ਆ, ਪਰ ਜਦੋਂ ਆਪਾਂ ਇਹਨੂੰ ਇੰਪਲੀਮੈਂਟ ਕਰ ਦਾਂਗੇ ਨਾ ਇਸ ਲੈਵਲ ਤੇ, ਕਿ ਮੇਰੇ ਘਰ ਆਏ ਤੇ ਪਹਿਲਾਂ ਪਾਸਪੋਰਟ ਦਿਖਾਓ, ਮੈਂ ਨਹੀਂ ਲੰਘਣ ਦੇਣਾ, ਫਿਰ ਪ੍ਰੋਬਲਮ ਕ੍ਰੀਏਟ ਹੋਣਗੀਆਂ। ਪਹਿਲਾਂ ਤਾਂ ਇਟਸ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਪਾਸਪੋਰਟ ਲੈਣਾ ਕਿੱਥੋਂ ਆ। ਉਹ ਤਾਂ ਕਹਿ ਰਹੇ ਉਹ ਅੱਜ ਕੱਲ੍ਹ ਲਿੰਕ ਬਣ ਜਾਂਦਾ, ਸੌਖਾ ਆ ਜਾਂਦਾ ਮੋਬਾਈਲ ਤੇ, ਹੋ ਜਾਏਗਾ, ਲੋਕਾਂ ਨੂੰ ਪਤਾ ਲੱਗ ਜਾਣਾ। ਹੈਗੇ ਬਹੁਤ ਸਾਰੇ ਬੰਦੇ ਜਿਹੜੇ ਵਾਪਸ ਆਉਂਦੇ ਆ। ਬਿਲਕੁਲ, ਟੈਕਨੋਲੋਜੀ ਨਾਲ ਜਿਹੜੇ ਬਹੁਤੇ ਫੈਮਿਲੀਅਰ ਨਹੀਂ ਸਾਡੇ ਵਰਗੇ, ਕਈਆਂ ਲੋਕਾਂ ਨੂੰ ਪ੍ਰੋਬਲਮ। ਅੱਛਾ, ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇਹ ਵੈਕਸੀਨ 'ਚ ਅਸਲ 'ਚ ਐਸੀ ਕਿਹੜੀ ਮੱਦ ਹੈ ਜਿਹਨੂੰ ਲੈ ਕੇ ਜਿੰਨੇ ਵੀ ਲੋਕ ਕੰਜ਼ਰਵੇਟਿਵ ਸੋਚ ਵਾਲੇ ਆ ਇਹਦਾ ਵਿਰੋਧਤਾ ਕਰੀ ਜਾ ਰਹੇ ਆ ਲਗਾਤਾਰ, ਕਿ ਇੱਥੋਂ ਤੱਕ ਕਿ ਮੈਨੂੰ ਪਤਾ ਲੱਗਿਆ ਕਿ ਸਾਡੇ ਜਿਹੜੇ ਪ੍ਰੀਮੀਅਰ, ਉਹਨਾਂ ਦੀ ਵੱਡੀ ਬੇਟੀ ਨੇ ਵੈਕਸੀਨ ਨਹੀਂ ਲਵਾਈ, ਉਹਦਾ ਵਿਰੋਧ ਕਰ ਰਹੀ, ਉਹਨਾਂ ਲੋਕਾਂ ਨਾਲ ਖੜੀ ਆ ਜਿਹੜੇ ਦਾ ਵਿਰੋਧ ਕਰ ਰਹੇ ਆ। ਤੁਸੀਂ ਅਲਬਰਟਾ ਦੀ ਮਿਸਾਲ ਦਿੱਤੀ ਆ, ਜੈਸਨ ਕੈਨੀਰਾਂ ਦਾ ਦੱਸਿਆ। ਕੀ ਕਾਰਨ ਕੀ ਹੈ ਇਹਦੇ ਪਿੱਛੇ? ਕੀ ਉਹਨਾਂ ਨੂੰ ਕੀ ਕੋਈ ਕੰਸਪੀਰੇਸੀ ਲੱਗਦੀ ਆ? ਕਈ ਲੋਕੀ ਤੇ ਇਹਨੂੰ ਬੜਾ ਵਧਾ ਚੜਾ ਕੇ ਕਹਿ ਰਹੇ ਆ ਜੀ ਇਹਦੇ ਨਾਲ ਸਾਡੇ ਜਿਹੜੇ ਹਾਰਮੋਨਸ ਖਰਾਬ ਹੋ ਜਾਣਗੇ, ਸਾਡੀ ਬੋਡੀ ਇੱਦਾਂ ਹੋ ਜੂਗੀ, ਸਾਡੇ ਨਰਵ ਸਿਸਟਮ ਜਿਹੜਾ ਆਉਣ ਵਾਲੇ ਸਮੇਂ 'ਚ ਫੇਲ। ਕੀ ਇਹ ਕੋਈ ਸਾਇੰਟੀਫਿਕਲੀ ਪ੍ਰੂਵ ਹੋਇਆ ਜਾਂ ਇਹ ਮਨਘੜਤ ਕਹਾਣੀਆਂ ਲੋਕੀ ਸੁਣਾ ਰਹੇ ਆ? ਗਿੱਲ ਸਾਹਿਬ, ਇਹਦਾ ਜਵਾਬ ਤਾਂ ਤੁਹਾਨੂੰ ਕੋਈ ਡਾਕਟਰ ਹੀ ਦੇ ਸਕਦਾ। ਪਰ ਡਾਕਟਰ ਤੇ ਕਹਿ ਰਹੇ ਲਵਾਓ, ਡਾਕਟਰ ਤੇ ਸਾਰੇ ਕਹਿ ਰਹੇ ਲਵਾਓ। ਜਿਹੜੇ ਡਾਕਟਰ ਨਹੀਂ ਆ, ਜਿਹੜੇ ਸੜਕਾਂ ਤੇ ਆ ਕੇ ਮੁਜ਼ਾਹਰੇ ਕਰ ਰਹੇ ਆ, ਉਹ ਨਾ ਤੇ ਸਾਇੰਟਿਸਟ ਨੇ, ਨਾ ਉਹ ਡਾਕਟਰ ਨੇ, ਪਰ ਉਹ ਜਿਹੜੇ ਇਹਦੇ ਭਿਆਨਕ ਮਾਰੂ ਅਸਰ ਸਾਨੂੰ ਗਿਣਾ ਰਹੇ ਆ, ਉਹ ਬੜੇ ਅਜੀਬ ਹੈ। ਉਹ ਕੀ ਕਾਰਨ ਹੈ? ਇਟਸ ਅ ਪਾਰਟ ਆਫ ਅ ਲਾਈਫ। ਨਹੀਂ, ਪਰ ਮੈਨੂੰ ਮੇਰੀ ਅਜੇ ਸਮਝ ਆਇਆ ਵੀ ਇਕੱਲੀ ਕੰਜ਼ਰਵੇਟਿਵ ਕਿਉਂ ਸੋਚੇ ਕਹਿੰਦੀ ਆ, ਐਨਡੀਪੀ ਵਾਲੇ ਕਿਉਂ ਨਹੀਂ ਕਹਿੰਦੇ ਵੀ ਇਹਦੇ ਵਿੱਚ ਕੋਈ ਖਤਰਾ ਹੋ ਸਕਦਾ ਵਾ ਵੈਕਸੀਨ 'ਚ? ਲਿਬਰਲ ਕਿਉਂ ਨਹੀਂ ਕਹਿੰਦੇ, ਜਾਂ ਜਿਹੜੇ ਹੋਰ ਗ੍ਰੀਨ ਵਾਲੇ ਕਿਉਂ ਨਹੀਂ ਕਹਿੰਦੇ? ਕੰਜ਼ਰਵੇਟਿਵ ਓਪਨਲੀ ਨਹੀਂ ਕਹਿੰਦੇ ਤੇ ਦੱਬੀ ਸੁਰ 'ਚ ਕਹਿੰਦੇ ਨੇ, ਉਹਨਾਂ ਦੇ ਸਪੋਰਟਰ ਦੱਬੀ ਸੁਰ 'ਚ ਕਹਿੰਦੇ ਆ। ਜਿਹੜੇ ਪੀਪਲਸ ਪਾਰਟੀ ਦੇ ਸਪੋਰਟਰ ਹੈ, ਖਾਸ ਤੌਰ ਤੇ ਪੀਪਲਸ ਪਾਰਟੀ ਦਾ ਜਿਹੜਾ ਲੀਡਰ ਬਰਨੀ, ਉਹਨੇ ਵੀ ਨਹੀਂ ਲਵਾਇਆ। ਉਹਨੂੰ ਤਾਂ ਇੱਥੇ ਮੇਰੇ ਖਿਆਲ ਸਸਕੈਚੁਆਨ 'ਚ ਕਿਤੇ ਸਮਵੇਅਰ ਉਹਨੂੰ ਅਰੈਸਟ ਵੀ ਕਰ ਲਿਆ ਸੀ ਉਹਨਾਂ ਨੇ, ਕਿ ਜਦੋਂ ਉਹਨਾਂ ਨੇ ਇਹ ਕੀਤਾ ਸੀ ਵੀ ਪਾਸਪੋਰਟ ਦਿਖਾਓ, ਜੇ ਕੋਈ ਆ ਨਹੀਂ ਸਕਦਾ ਜਿੰਨਾ ਚਿਰ ਏਅਰਪੋਰਟ ਦੇ ਉਹ ਆ ਨਹੀਂ ਸਕਦਾ ਜਿੰਨਾ ਚਿਰ ਜੇ ਤੇ ਨਹੀਂ ਲਵਾਏ ਤਾਂ। ਉਹਦੇ ਸਪੋਰਟਰਸ ਕੁਝ ਕੰਜ਼ਰਵੇਟਿਵ ਦੇ, ਕੁਝ ਜਨਰਲ ਪਬਲਿਕ ਦੇ ਵਿੱਚ ਵੀ ਲੋਕੀ ਹੈਗੇ ਇੱਦਾਂ ਦੇ ਜਿਹੜੇ ਇਹਦੇ ਹੱਕ ਵਿੱਚ ਨਹੀਂ। ਉਹ ਪਤਾ ਨਹੀਂ ਜਾਂ ਤਾਂ ਉਹਨਾਂ ਦਾ ਕੋਈ ਰਿਲੀਜੀਅਸ ਰੀਜ਼ਨ ਹੋਊਗਾ। ਨਹੀਂ, ਇਹ ਤਾਂ ਕਾਰਨ ਜਾਣਨਾ ਚਾਹੁੰਦਾ ਵੀ ਹੈ ਕੀ ਇਹਦੇ ਪਿੱਛੇ, ਕਹਾਣੀ ਕੀ ਆ? ਆਈ ਡੋਂਟ ਹੈਵ ਐਨੀ ਆਨਸਰ ਫॉर दैट। ਨਰਵ ਸਿਸਟਮ ਨਾਲ ਜੋੜ ਕੇ ਕੁਝ ਗੱਲਾਂ ਕਰ ਰਹੇ ਲੋਕ, ਪਰ ਸਾਇੰਟੀਫਿਕਲੀ ਕਿਤੇ ਕਿਸੇ ਡਾਕਟਰ ਨੇ ਜਾਂ ਕਿਸੇ ਸਾਇੰਟਿਸਟ ਨੇ ਇਹ ਗੱਲ ਨਹੀਂ ਲਿਆਂਦੀ ਸਾਹਮਣੇ ਕਿ ਤੁਹਾਡਾ ਨਰਵ ਸਿਸਟਮ ਇਹਦੇ ਨਾਲ ਵੀਕ ਹੋਏਗਾ ਜਾਂ ਦਿਮਾਗੀ ਤੌਰ ਤੇ ਤੁਸੀਂ ਕੁਝ ਹੋ ਜਾਓਗੇ। ਈਵਨ ਅਮਰੀਕਾ ਵਿੱਚ 30% ਲੋਕਾਂ ਨੇ ਹੱਲੇ ਨਹੀਂ ਲਵਾਏ, ਓਪਨਲੀ ਅਪੋਜ਼ ਕਰ ਰਹੇ ਆ, ਡੈਮੋਨਸਟ੍ਰੇਸ਼ਨਸ ਕਰ ਰਹੇ ਆ। ਯੂਰਪ ਵਿੱਚ ਬਹੁਤ ਸਾਰੇ ਲੋਕੀ ਅਪੋਜ਼ ਕਰ ਰਹੇ ਆ, ਡੈਮੋਨਸਟ੍ਰੇਸ਼ਨਸ ਕਰ ਰਹੇ ਆ, ਰਾਈਟ, ਇਹਦੇ ਖਿਲਾਫ। ਐਂਡ what can you do? ਹਾਰ ਕੇ ਫਾਈਨਲੀ ਜਦ ਜੋ ਬਾਈਡਨ ਨੇ, ਹੀ ਵਾਜ਼ ਫੋਰਸਡ,
ਉਹਨੇ ਫੋਰਸ ਕਰਤਾ ਵੀ ਜੇ ਜਿਹੜੇ ਫੈਡਰਲ EMPLOYEES ਹੈ ਅਮਰੀਕਾ ਦੇ ਵਿੱਚ ਜਿਹਨੇ ਕਿ ਨਹੀਂ ਲਵਾਇਆ ਤਾਂ ਹੀ ਕੈਂਟ ਹੈਵ ਅ ਜੋਬ। ਆਈ ਥਿੰਕ ਦੀ ਗਵਰਨਮੈਂਟਸ ਦੇ ਹੈਵ ਟੂ ਟੇਕ ਟਫ ਡਿਸੀਜਨ। ਜੇ ਜਿੱਦਾਂ ਹੁਣ ਇੱਥੇ ਇਹਨਾਂ ਨੇ ਕੀਤਾ, ਓਨਟੇਰੀਓ ਨੇ ਕੀਤਾ, ਫੈਡਰਲ ਗਵਰਨਮੈਂਟ ਵੀ ਇਹ ਕਰ ਦੇਵੇ। ਆਈ ਥਿੰਕ ਦੇ ਹੈਵ ਨੋ ਚੋਇਸ। ਅੱਛਾ, ਇਕੋਨਮੀ ਨਾਲ ਜੁੜਿਆ ਇੱਕ ਸਵਾਲ ਮੈਂ ਤੁਹਾਡੇ ਕੋਲ ਕਰਨਾ ਚਾਹੁੰਦਾ। ਜਿੱਦਾਂ ਸਪੈਂਡਿੰਗ ਦੀ ਗੱਲ ਹੋ ਰਹੀ ਆ, ਲੋਕਾਂ ਨੂੰ ਹੋਰ ਜਿਹੜੀ ਫੰਡਿੰਗ ਕਰਨ ਦੀ ਗੱਲ ਹੋ ਰਹੀ ਆ, ਜਿਵੇਂ ਆਪਾਂ ਚਾਈਲਡ ਕੇਅਰ ਦੀ ਗੱਲ ਕਰ ਰਹੇ ਹਾਂ, $10 ਪਰ ਡੇ, ਕੋਈ ਇਹਦਾ ਬੋਝ ਤੇ ਪੈਂਦਾ ਅਲਟੀਮੇਟਲੀ। ਔਰ ਬਹੁਤ ਸਾਰੀਆਂ ਸਾਡੇ ਸਾਹਮਣੇ ਮਿਸਾਲਾਂ ਨੇ, ਖਾਸ ਕਰਕੇ ਅਰਜਨਟਾਈਨਾ ਦੀ, ਗ੍ਰੀਸ ਦੀ, ਜਦੋਂ ਉਹਨਾਂ ਦੀ ਇਕੋਨਮੀ ਡੁੱਬੀ ਆ ਤੇ ਉਹਦੇ ਪਿੱਛੇ ਵੀ ਇਹੋ ਜਿਹੇ ਕਾਰਨ ਰਹੇ ਆ। ਉਹ ਕਹਿੰਦੇ ਆ ਕਿ ਫਿਰ ਜਦੋਂ ਇੰਨੀ ਜ਼ਿਆਦਾ ਸਪੈਂਡਿੰਗ ਹੋ ਜਾਂਦੀ ਆ, ਫਿਰ ਸਰਕਾਰ ਕੋਲ ਕੋਈ ਹੋਰ ਅਲਟਰਨੇਟਿਵ ਨਹੀਂ ਰਹਿੰਦਾ। ਫਿਰ ਜਿਹੜਾ ਰਿਜ਼ਰਵ ਪੈਸਾ ਹੁੰਦਾ, ਜਿਹੜੇ ਰਿਜ਼ਰਵ ਬੈਂਕ ਹੁੰਦੇ ਆ, ਉਹ 'ਚੋਂ ਵਿਡਰਾਵਲ ਸ਼ੁਰੂ ਹੋ ਜਾਂਦੀ। ਇੰਡੀਆ 'ਚ ਹੋਇਆ ਇਹ ਕੰਮ, ਅਰਜਨਟਾਈਨਾ 'ਚ ਪਹਿਲਾਂ ਹੁੰਦਾ ਰਿਹਾ। ਲਗਾਤਾਰ 1 ਵਾਰੀ 2 ਵਾਰੀ 3 ਵਾਰੀ ਸਾਰਾ ਪੈਸਾ ਕੱਢ ਲਿਆ, ਉਹ ਆਪਣਾ ਬੈਂਕ ਵੀ ਕੰਗਾਲ ਕਰ ਲਿਆ, ਜਿਹੜੇ ਰਿਸੋਰਸਿਸ ਸੀ ਉਹ ਵੀ ਖਤਮ ਹੋ ਗਏ, ਤੇ ਬੈਂਕ ਜਿਹੜਾ ਆਪਣਾ ਕੰਟਰੀ ਆ ਉਹ ਬੈਂਕਰਪਸੀ ਦੇ ਕੰਢੇ ਤੇ ਜਾ ਖਲੋਂਦਾ ਹੈ। ਗ੍ਰੀਸ 'ਚ ਹੋਇਆ, ਅਰਜਨਟਾਈਨਾ 'ਚ ਹੋਇਆ। ਆਪਾਂ ਉਸ ਪਾਸੇ ਤਾਂ ਨਹੀਂ ਵੱਧ ਰਹਾਂਗੇ। ਆਪਾਂ ਬੜਾ ਅਮੀਰ ਮੁਲਕ ਕਹਿੰਦੇ ਆ, ਬੜਾ ਖੁਸ਼ਹਾਲ ਮੁਲਕ ਕਹਿੰਦੇ ਆ, ਕਿਤੇ ਇਹ ਗਲਤੀਆਂ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ, ਕਿਤੇ ਉੱਥੇ ਤਾਂ ਨਹੀਂ ਲੈ ਜਾਣਗੇ ਜਿੱਥੇ ਅਰਜਨਟਾਈਨਾ ਗ੍ਰੀਸ ਗਏ। ਐਗਜ਼ੈਕਟਲੀ ਦੈਟਸ ਦੀ ਥਿੰਗ। ਦੀ ਇਕੋਨੋਮਿਸਟ ਗਿਵਿੰਗ ਦੀ ਵਾਰਨਿੰਗ ਆਫਟਰ ਵਾਰਨਿੰਗ। ਜਿਹੜੀ ਗਵਰਨਮੈਂਟ ਹੈ ਉਹ ਇਹ ਕਹਿ ਰਿਹਾ ਕਿ ਯੂ ਸ਼ੁੱਡ ਬੈਲੈਂਸ ਦੀ ਬੁੱਕਸ। ਦੇਖੋ, ਹਾਰਪਰ ਕੰਜ਼ਰਵੇਟਿਵ ਸੀ, ਆਈ ਡੋਂਟ ਐਗਰੀ ਵਿਦ ਹਿਮ, ਪਰ ਉਹਦੀ ਇਹ ਜਿਹੜੀ ਸੀ ਸੇਫਟੀ ਕਰਨੀ ਬਣਦੀ ਆ, ਉਹਨੇ ਬੈਲੈਂਸ ਬੁੱਕ ਕਰ ਦਿੱਤੀ ਸੀ, ਰਾਈਟ। ਐਂਡ ਜਦੋਂ ਟਰੂਡੋ ਆਇਆ, ਇਹਨੇ ਕਿਹਾ ਅਸੀਂ ਜੀ ਥੋੜ੍ਹਾ ਡੈਫੀਸਿਟ ਕਰਾਂਗੇ, ਔਰ ਐਂਡ ਆਫ ਜਦ ਸਾਡੀ ਮੈਂਡੇਟ ਖਤਮ ਹੋਈ ਉਦੋਂ ਅਸੀਂ ਬੈਲੈਂਸ ਕਰ ਦਿਆਂਗੇ। ਹੂ ਕੈਨ ਪੇ? your kids, yourself, your kids and your grandkids। ਐਂਡ ਡੈਫੀਨਿਟਲੀ ਦੇਖੋ ਹੁਣ ਤਾਂ ਦੇ ਕੈਨ ਅਫੋਰਡ ਇਟ, ਕਿਉਂਕਿ ਲੋ ਇੰਟਰਸਟ ਰੇਟ ਹੈ। ਜਿਹੜਾ ਹੁਣ $1 ਟ੍ਰਿਲੀਅਨ ਡੈਟ ਆ, ਉਹਦੇ 'ਤੇ ਇੰਟਰਸਟ ਜਿਹੜਾ ਆਉਣਾ, ਉਹ ਸਰਵ ਕਰਨ ਲਈ ਕਾਸਟ ਤਾਂ ਗਵਰਨਮੈਂਟ ਦੀ ਆਉਣੀ ਹੈ। ਐਂਡ at one point, at one stage, if interest rates start to go up, it will be very difficult for them। ਇਸੇ ਕਰਕੇ ਜਿਹੜੇ ਕੰਟਰੀ, ਪਰ ਬੈਂਕ ਆਫ ਕੈਨੇਡਾ ਕਹਿ ਰਿਹਾ ਕਿ ਬਹੁਤ ਸਾਰੀਆਂ ਵਾਰਨਿੰਗ ਦੇ ਬਾਵਜੂਦ ਵੀ ਲੋਕ ਡਰ ਨਹੀਂ ਰਹੇ ਇਸ ਗੱਲ ਤੋਂ। ਉਹਨਾਂ ਨੂੰ ਐਂ ਲੱਗਦਾ ਕਿ ਹਰ ਵਾਰੀ ਹਰ ਕੁਆਟਰ ਤੇ ਕਹਿ ਦਿੰਦੇ ਕਿ ਵਧੂਗਾ ਤੇ ਵਧਾਉਂਦੇ ਹੈ ਨਹੀਂ। ਤੇ ਬਹੁਤ ਸਾਰੇ ਲੋਕ, ਤੁਸੀਂ ਜਨਰਲੀ ਗੱਲ ਕਰਕੇ ਵੇਖ ਲਓ, ਇਸ ਗੱਲੋਂ ਡਰਦੇ ਨਹੀਂ ਆ। ਉਹਨਾਂ ਨੂੰ ਪਤਾ ਕਿ ਇਹਦੀ ਕਾਸਟ 3 ਲੱਖ ਹੁੰਦੀ ਸੀ ਤੇ ਹੁਣ ਅਸੀਂ 9 ਲੱਖ ਦੇ ਰਹੇ ਹਾਂ, 1 ਮਿਲੀਅਨ ਦੇ ਰਹੇ ਹਾਂ, ਪਰ ਫਿਰ ਵੀ ਲੈ ਰਹੇ ਆ ਘਰ। ਉਹ ਮਜਬੂਰੀ ਵੀ ਆ ਲੋਕਾਂ ਦੀ, ਕਰਨ ਤੇ ਕਰਨ ਕੀ। ਸੋ ਇਸ ਚੀਜ਼ ਚੋਂ ਨਿਕਲ ਨਹੀਂ, ਤੇ ਸਰਕਾਰਾਂ ਨੇ ਸੋਚਣਾ ਨਾ ਜੀ ਕਿ ਇਹ ਜਿਹੜਾ ਕੁਝ ਬਣਿਆ ਹੋਇਆ, ਹੁਣ ਕਹਿੰਦੇ ਜੀ ਅਫੋਰਡੇਬਲ ਘਰ ਬਣਾ ਦਾਂਗੇ, ਇੰਨੇ ਮਿਲੀਅਨ ਲਾ ਦਾਂਗੇ, ਇੰਨੇ ਮਿਲੀਅਨ ਲਾ ਦਾਂਗੇ। ਅਫੋਰਡੇਬਲ ਘਰ ਨਾ ਬਣਾਉਣ ਨਾਲ, ਸਰਕਾਰ ਦੇ ਬਣਾਉਣ ਨਾਲ ਸਾਰੇ ਦੇ ਸਾਰੇ ਲੋਕਾਂ ਨੂੰ ਉਹ ਸਹੂਲਤ ਨਹੀਂ ਮਿਲ ਸਕਣੀ। ਕਿਤੇ ਨਾ ਕਿਤੇ ਜਿਹੜਾ ਇਹ ਬਿਲਡਰ ਮਾਫੀਆ ਸ਼ਬਦ ਤੇ ਵਰਤਣਾ ਮਾੜਾ ਲੱਗਦਾ, ਜਿਹੜੇ ਬਿਲਡਰਸ ਜਿਸ ਤਰੀਕੇ ਨਾਲ ਕਮਾ ਰਹੇ ਨੇ। ਤੁਸੀਂ ਦੇਖੋ, ਉਹੀ ਘਰ ਜੇ ਤੁਸੀਂ ਜਾ ਕੇ ਇੱਥੋਂ 100 ਕਿਲੋਮੀਟਰ ਦੂਰ ਬਣਾਉਂਦੇ ਹੋ, ਹੈ ਨਾ, ਲੈਂਡ ਦੀ ਵੈਲਿਊ ਦਾ ਮਾੜਾ ਮੋਟਾ ਫਰਕ ਹੋ ਸਕਦਾ, ਸਟਰਕਚਰ ਤੇ ਉਹੀ ਖੜਾ ਹੋਣਾ ਨਾ ਜੀ। ਤੇ ਉਹ 2.5 ਲੱਖ ਦਾ ਬਣ ਜਾਂਦਾ ਆ, ਤੇ ਇੱਥੇ ਉਹ 1.5 ਮਿਲੀਅਨ ਦਾ ਕਿਉਂ ਬਣਦਾ ਆ? ਫਿਰ ਉਹਦੇ ਤੇ ਚੈੱਕ ਕਿਉਂ ਨਹੀਂ ਆ? ਕਿਤੇ ਚੈੱਕ ਐਂਡ ਬੈਲੈਂਸ ਦੀ ਜਿਹੜੀ ਪਾਲਿਸੀ ਆ, ਉਹ ਬਿਲਡਰ ਦੇ ਉੱਤੇ ਕਿਉਂ ਨਹੀਂ ਲੱਗਦੀ? ਇਕੱਲੇ ਬਿਲਡਰ ਨਹੀਂ, ਇਕੱਲੇ ਬਿਲਡਰ, ਇਹ ਚੇਨ ਆ, ਬਿਲਡਰ ਆ, ਪੂਰੀ ਚੇਨ ਤੇ ਲੱਗੇ, ਪੂਰੀ ਚੇਨ ਤੇ ਲੱਗੇ। ਸਰਕਾਰ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਕੈਪੀਟਲਿਸਟ ਸਿਸਟਮ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਉਹ ਠੇਕੇਦਾਰੀ ਨਹੀਂ ਕਰਦੀਆਂ, ਉਹ ਕੰਸਟਰਕਸ਼ਨ ਨਹੀਂ ਕਰਦੀਆਂ, ਉਹ ਕੰਮ ਨਹੀਂ ਕਰਦੀਆਂ। ਦੂਜੇ ਪਾਸੇ ਅਸੀਂ ਸਰਕਾਰਾਂ ਨੂੰ ਵੀ ਵੇਖ ਰਹੇ ਹਾਂ ਕਿ ਇਨਫਰਾਸਟ੍ਰਕਚਰ ਬਣਾਉਣ ਵਾਲੇ ਤੇ ਅਸੀਂ ਕਹਿੰਦੇ ਆ ਕਾਰਪੋਰੇਟ ਹੁੰਦੇ ਆ, ਤੇ ਹੁਣ ਅਸੀਂ ਉਮੀਦ ਕਰੀ ਜਾਂਦੇ ਕਿ ਸਰਕਾਰ ਬਣਾ ਕੇ ਦੇਵੇ ਸਾਨੂੰ। ਵੈਲ ਦੈਟਸ ਇਹ ਤਾਂ ਹੁਣ ਉਹ ਹੀ ਦੇਣਗੇ ਆਨਸਰ ਜਦੋਂ ਬਜਟ ਆਉਣਾ, ਉਹਦੇ 'ਚ ਇਹ ਜਿਹੜਾ ਅਸੀਂ ਤਾਂ ਸਦਾ ਹੀ ਇਹ ਗੱਲ ਕਹਿੰਦੇ ਆ ਕਿ ਜੋ ਕੁਛ ਕੀਤਾ ਗਵਰਨਮੈਂਟ ਨੇ, ਟਰੂਡੋ ਵਾਜ਼ ਅੰਡਰ ਅਟੈਕ। 6 ਸਾਲਾਂ ਵਿੱਚ ਇਹ ਆ ਜਿਹੜੀ ਸਪੈਕੂਲੇਸ਼ਨ ਇਹਨਾਂ ਦੇ ਦੇਖਦਿਆਂ ਇਹਨਾਂ ਨੇ ਇਸ ਕੁਐਸਚਨ ਨੂੰ ਐਡਰੈਸ ਹੀ ਨਹੀਂ ਕੀਤਾ। ਇਹਨਾਂ ਇਲੈਕਸ਼ਨਾਂ ਦੇ ਵਿੱਚ ਐਡਰੈਸ ਕੀਤਾ। ਇਟ ਰਿਮੇਨਸ ਟੂ ਸੀ। ਹੁਣ ਇੱਕ ਪਾਸੇ ਇਟਸ ਵੈਰੀ ਕੰਪਲੀਕੇਟਡ। ਇੱਕ ਪਾਸੇ ਤਾਂ ਗਿੱਲ ਸਾਹਿਬ ਜਿਹੜੇ ਸਮਾਲ ਬਿਜ਼ਨਸ ਆ, ਉਹ ਕਹਿੰਦੇ ਬੜੀ ਖੜੋਤ ਆਈ ਹੈ ਉਹਨਾਂ ਦੇ ਬਿਜ਼ਨਸ। ਦੂਜੇ ਪਾਸੇ ਸਮਾਲ ਬਿਜ਼ਨਸ ਨੂੰ ਲੇਬਰ ਨਹੀਂ ਮਿਲ ਰਹੀ, ਬਿਗ ਬਿਜ਼ਨਸ ਨੂੰ ਵੀ ਲੇਬਰ ਨਹੀਂ ਮਿਲ ਰਹੀ। ਫੈਡੈਕਸ ਦੇਖੋ ਕਿੰਨੀ ਬੜੀ ਹੈਗੀ ਆ ਕੰਪਨੀ, ਉਹਨਾਂ ਦਾ ਐਤਕੀ ਜਿਹੜਾ ਕੱਲ੍ਹ ਪਰਸੋਂ ਪ੍ਰੋਫਿਟ ਆਇਆ, ਇਟ ਵਾਜ਼ ਡਾਊਨ, ਕਿਉਂਕਿ ਉਹ ਕਹਿੰਦੇ ਸਾਨੂੰ ਲੇਬਰ ਨਹੀਂ ਮਿਲ ਰਹੀ, ਸ਼ਾਰਟੇਜ ਆਫ ਲੇਬਰ। ਤੇ ਜੇ ਲੇਬਰ ਸ਼ਾਰਟੇਜ ਕਰ ਲਈ, ਫਿਰ ਆ ਜਿਹੜੇ ਜਿੰਨੇ ਪੈਸੇ ਤੁਸੀਂ ਵੰਡੇ ਆ, ਜਿਹਨੂੰ ਤੁਸੀਂ ਇੰਨੇ ਪੈਸੇ ਦੇਈ ਜਾ ਰਹੇ ਹੋ, ਉਹ ਕਹਿੰਦੇ ਕੀ ਲੋੜ ਹੈ ਜੇ ਮੈਨੂੰ ਫ੍ਰੀ ਦੇ ਪੈਸੇ ਮਿਲਦੇ ਆ, ਰਾਈਟ। ਆਰਾਮ ਨਾਲ ਉਹ ਘਰ ਬੈਠੇ ਆ। ਸੋ ਇਸੇ ਕਰਕੇ ਹੁਣ ਇਹਨਾਂ ਨੇ ਉਹ ਜਿਹੜਾ $10 ਦਾ ਕੀਤਾ
ਡੇ ਕੇਅਰ ਦਾ, ਉਹ ਇਸੇ ਕਰਕੇ ਕੀਤਾ ਵੀ ਜਿਹੜੀ ਵੂਮਨ ਲੋਕ ਕੰਮਾਂ 'ਚ ਆਉਣ। ਸ਼ੁੱਡ ਬੀ ਫ੍ਰੀ ਟੂ ਗੋ ਇਨ ਦੀ ਲੇਬਰ ਮਾਰਕੀਟ। ਇਹ ਇਟਸ ਵੈਰੀ ਕੰਪਲੀਕੇਟਡ ਹਾਊ ਦੇ ਗੋਨਾ ਡੂ ਇਟ। ਹੁਣ ਇਹਨਾਂ ਨੇ ਇਸੇ ਕਰਕੇ ਇਮੀਗ੍ਰੇਸ਼ਨ ਨੂੰ, ਕੈਨੇਡਾ ਦੀ ਤਾਂ ਗਰੋਥ ਹੀ ਇਮੀਗ੍ਰਾਂਟਸ ਦੇ ਸਿਰ 'ਤੇ ਆ। ਜੇ ਤੁਸੀਂ ਤਾਂ ਅਸੀਂ ਇੱਥੇ ਨਾ ਆਉਂਦੇ, ਆਪਾਂ ਕਿੰਨੀ ਕੰਜ਼ੰਪਸ਼ਨ ਕਰ ਰਹੇ ਹਾਂ, ਘਰ ਅਸੀਂ ਲੈ ਰਹੇ ਹਾਂ, ਗਰੋਸਰੀਆਂ ਅਸੀਂ ਲੈ ਰਹੇ ਹਾਂ, ਬਿਜ਼ਨਸ ਅਸੀਂ ਚਾਲੂ ਕਰ ਰਹੇ ਹਾਂ, ਟੈਕਸਿਸ ਅਸੀਂ ਪੇ ਕਰ ਰਹੇ ਹਾਂ, ਵੀ ਆਰ ਪਾਰਟੀਸਪੇਟਿੰਗ। ਨਹੀਂ ਤਾਂ ਕੈਨੇਡਾ ਦੀ ਇਕੋਨਮੀ ਮੈਨੂੰ ਲੱਗਦਾ ਇਟ ਵਿਲ ਸਲਿਪ ਇਨ ਰਿਸੈਸ਼ਨ। ਸੋ ਇਟਸ these questions are very complex। ਹੁਣ ਜਿਹੜੇ ਐਤਕੀ ਇਹਨਾਂ ਨੇ ਵਾਅਦੇ ਕੀਤੇ ਆ, ਜੇ ਰੀਅਲ ਸਟੇਟ ਇਜ਼ ਆਲਸੋ ਬਿਗ ਮਾਫੀਆ। ਫਿਰ ਫਲਿੱਪਿੰਗ ਤੇ ਘਰ ਲੈ ਕੇ ਫਲਿੱਪ ਕਰੀ ਜਾਂਦੇ ਹੋ, ਉੱਤੇ ਕੋਈ ਟੈਕਸ ਨਹੀਂ, ਉੱਤੇ ਟੈਕਸ ਲੱਗਣਾ ਚਾਹੀਦਾ। ਫਿਰ ਜਿਹੜੀ ਹੈਗੀ ਆ ਆਫਰ ਤੁਸੀਂ ਦਿੰਦੇ ਹੋ, ਬਲਾਈਂਡ ਆਫਰ, ਉਹ ਬੜੀ ਯਾਰ ਕੀ ਨਜ਼ਰ 'ਚ ਆਈ ਹੈ। ਵੈਸੇ ਬਲਾਈਂਡ ਆਫਰ ਬਾਰੇ ਤਾਂ ਬਹੁਤ ਗੱਲ ਕੀਤੀ ਜਾ ਰਹੀ ਆ, ਔਰ ਮੈਨੂੰ ਲੱਗਦਾ ਕਿ ਰੀਅਲ ਸਟੇਟ ਏਜੰਟ ਉਹਨਾਂ ਦੀ ਵੀ ਬਹੁਤ ਗੱਲ ਕੀਤੀ ਜਾ ਰਹੀ ਆ, ਪਰ ਇਹ ਨਿੱਕੇ ਪੁਰਜੇ ਆ ਮੈਨੂੰ ਲੱਗਦਾ ਆਪਣੇ ਢੀਂਡਸਾ ਸਾਹਿਬ। ਮਤਲਬ ਜਿੱਦਾਂ ਛੋਟੇ ਛੋਟੇ ਪੁਰਜੇ ਚੱਲ ਕੇ ਇੱਕ ਮਸ਼ੀਨਰੀ ਵੱਡੀ ਬਣਦੀ ਆ ਨਾ, ਇਹ ਪੁਰਜੇ ਬਹੁਤ ਛੋਟੇ ਆ, ਹੋ ਸਕਦਾ ਇੰਪੋਰਟੈਂਟ ਵੀ ਹੋਣ, ਪਰ ਜਿਹੜੀ ਬਿਗ ਵੱਡੀ ਗੱਲ, ਹੁਣ ਪੰਜਾਬ ਦੀ ਗੱਲ ਕਰੀਏ, ਆਪਾਂ ਭਾਰਤ ਦੀ ਗੱਲ ਕਰਨੀ ਆ, ਇਹ ਤਾਂ ਚਲੋ ਇਹ ਚੀਜ਼ਾਂ ਤੋਂ ਆਪਾਂ ਕਰਦੇ ਰਹਿਣਾ ਇਕੋਨਮੀ ਦੀਆਂ ਗੱਲਾਂ। ਤੇ ਮੈਂ ਬਿਗ ਪੁਰਜੇ ਤੇ ਤਾਂ ਗੱਲ ਆਈ ਵੀ ਇੱਕ ਬੜੀ ਵੱਡੀ ਹਸਤੀ ਕਹਿੰਦੇ ਆ ਮਹਾਰਾਜਾ ਸਾਹਿਬ। ਤੇ ਜਦੋਂ ਕਿਸੇ ਵਿਅਕਤੀ ਨੂੰ ਮਤਲਬ ਆਪਾਂ ਖੜਾ ਹੀ ਏਡੇ ਏਡੇ ਉੱਤੇ ਦਿਓ ਕੱਦ ਬਣਾ ਦਿੰਦੇ, ਹਨੂਮਾਨ ਦੀ ਮੂਰਤੀ ਵਾਂਗੂ ਐਡਾ ਉੱਚਾ, ਤੇ ਜਦੋਂ ਉਹਦਾ ਫਾਲ ਆਉਂਦਾ ਤੇ ਫਿਰ ਉਹ ਬੜਾ ਅਲੱਗ ਤਰ੍ਹਾਂ ਦਾ ਮਾਹੌਲ ਦਾ ਨਜ਼ਰ ਆਉਂਦਾ। ਤੇ ਇਸੇ ਤਰ੍ਹਾਂ ਦਾ ਹੀ ਇਹ ਆ ਜਿਹੜੀ ਰੀਅਲ ਸਟੇਟ ਦੀ ਅਸੀਂ ਗੱਲ ਕਰ ਰਹੇ ਹਾਂ, ਕਿ ਇਹਦੇ ਪਿੱਛੇ ਵੱਡੇ ਕੱਦ ਵਾਲੇ ਦਿਓ ਕੱਦ ਲੋਕ ਹੋਰ ਬੈਠੇ ਆ, ਨਿੱਕੇ ਨਿੱਕੇ ਪੁਰਜਿਆਂ ਨੂੰ ਅਸੀਂ ਪਟਵਾਰੀਆਂ ਨੂੰ ਗਾਲਾਂ ਕੱਢੀ ਜਾਂਦੇ ਬੜੇ ਕਰਪਟ ਆ, ਕੰਡਕਟਰ ਨੂੰ ਕਹੀ ਜਾਂਦੇ ਪੈਸੇ ਲਈ ਜਾਂਦਾ ਆ, ਤੇ ਉਹ ਜਿਹੜੀਆਂ ਬੱਸਾਂ ਦੇ ਮਾਲਕ ਆ ਜਾਂ ਜਿਹੜੇ ਵੱਡੇ ਵੱਡੇ ਘਰਾਣੇ ਆ ਉਹਨਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਆ। ਕਈ ਵਾਰ ਇਦਾਂ ਵੀ ਹੁੰਦਾ। ਤੇ ਹੁਣ ਚੱਲੀਏ ਭਾਰਤ ਦੀ ਰਾਜਨੀਤੀ ਆ। ਸਭ ਤੋਂ ਪਹਿਲੀ ਤੇ ਮੈਂ ਪੰਜਾਬ ਵੱਲ ਫੇਰ ਆਉਣਾ। ਪਹਿਲਾਂ ਮੋਦੀ ਸਾਹਿਬ ਆਏ ਹੋਏ ਅਮਰੀਕਾ, ਬੜੇ ਉਹਨਾਂ ਨੂੰ ਲੈ ਕੇ ਖਬਰਾਂ ਚੱਲ ਰਹੀਆਂ ਨੇ, ਕੁਝ ਕਿਸਾਨਾਂ ਨੇ ਕਾਲ ਵੀ ਦਿੱਤੀ ਆ ਕਿ ਇਹਦਾ ਵਿਰੋਧ ਕਰੋ। ਇੱਕ ਵੱਡੇ ਲੀਡਰ ਨੇ ਤੇ ਵੀ ਕਿਹਾ ਕਿ ਜਿਹੜੇ ਜੋ ਬਾਈਡਨ ਏਰੀਆ ਇਹਦੇ ਵਿੱਚ ਕਰਨ ਦਖਲ ਦੇਣ, ਤੇ ਨਾਲ ਉਹਨਾਂ ਡਾਇਸਪੋਰਾ ਨੂੰ ਕਾਲ ਕੀਤੀ ਆ ਕਿ ਮੋਦੀ ਦੇ ਖਿਲਾਫ ਡੈਮੋਨਸਟ੍ਰੇਸ਼ਨ ਕਰੋ। ਤੇ ਕੱਲ ਦੀ ਕਾਲ ਵੀ ਆ ਬੰਦ ਦੀ ਭਾਰਤ, ਦੇਖੋ ਪਰਸੋਂ ਦੀ 27। ਦੇਖੋ ਇਹ ਪਹਿਲੀ ਦਫਾ ਨਹੀਂ ਹੋਇਆ। ਜਦੋਂ ਐਮਰਜੈਂਸੀ ਲੱਗੀ ਆ, ਮੈਨੂੰ ਯਾਦ ਆ ਇੰਦਰਾ ਆਈ ਸੀ ਇੱਥੇ ਇੰਗਲੈਂਡ, ਤੇ ਏਅਰਪੋਰਟ ਤੋਂ ਉਹਦਾ ਨਿਕਲਣਾ ਭਾਰੀ ਹੋ ਗਿਆ ਸੀ। ਲੋਕੀ ਮਾਸਵਲੀ ਕਿੱਦਾਂ ਬਾਹਰ ਇਕੱਠੇ ਹੋਏ ਡੈਮੋਨਸਟ੍ਰੇਸ਼ਨ ਕਰਨ, ਉਹਨੂੰ ਇੱਕ ਰੈਲੀ 'ਚ ਉਹ ਬੋਲ ਹੀ ਨਹੀਂ ਸਕੀ। ਸੋ ਇਟ ਆਲਵੇਜ਼ ਹੈਪਨਸ। ਜਿਹੜੇ ਬਾਹਰ ਰਹਿੰਦੇ ਭਾਰਤੀ ਆ, ਉਹ ਜੋ ਉੱਥੇ ਸਰਕਮਸਟੈਂਸ ਹੁੰਦੇ ਆ ਉਹਨੂੰ ਰਿਫਲੈਕਟ ਕਰਦੇ ਆ, ਐਂਡ ਇਹ ਨੈਚੁਰਲ ਆ ਕਿਉਂਕਿ ਮੋਦੀ ਦੇ ਖਿਲਾਫ ਡੈਮੋਨਸਟ੍ਰੇਸ਼ਨ ਹੋਣੀ, ਔਰ ਹੋਣੀ ਵੀ ਚਾਹੀਦੀ ਹੈ, ਕਿਉਂਕਿ ਇਹ ਇਕੱਲਾ ਮੋਦੀ ਦਾ ਮਸਲਾ ਨਹੀਂ, ਇਹ ਤਾਂ ਹੁਣ ਇੰਟਰਨੈਸ਼ਨਲ ਮਸਲਾ ਬਣ ਗਿਆ। ਕਿਉਂਕਿ ਜਿਸ ਹਿਸਾਬ ਦੇ ਨਾਲ ਸਰਕਾਰ ਉਹਨਾਂ ਨੂੰ, ਕਿਸਾਨਾਂ ਨੂੰ ਡੀਲ ਕਰ ਰਹੀ ਹੈ, ਜਲੀਲ ਕਰ ਰਹੀ ਹੈ। ਸੋ ਪਰ ਕੁਝ ਲੋਕਾਂ ਦਾ ਮੰਨਣਾ ਵੀ ਜਦੋਂ ਅਸੀਂ ਵੋਟਾਂ ਪਾ ਕੇ ਚੁਣ ਹੀ ਲਿਆ ਉਹਨਾਂ ਨੂੰ, 5 ਸਾਲ ਦੀ ਅਧਿਕਾਰ ਦੇ ਤੇ ਵੀ ਜੋ ਮਰਜ਼ੀ ਕਰੋ, ਉਹ ਭਾਵੇਂ ਵੇਚ ਦੇਣ, ਭਾਵੇਂ ਕੁਝ ਕਰ ਲੈਣ, ਅਸੀਂ ਕੌਣ ਹੁੰਦੇ ਉਹਨੂੰ ਪੁੱਛਣ ਵਾਲੇ। ਉਹ ਤਾਂ ਹੋ ਹੀ ਜਾ ਰਿਹਾ, ਕਿਉਂਕਿ ਮਤਲਬ ਫਿਰ ਆਪਾਂ ਆਪੇ ਵੋਟਾਂ ਪਾਈਆਂ, ਆਪੇ ਸੜਕਾਂ ਤੇ ਆ ਗਏ ਉਹਦੇ ਖਿਲਾਫ। ਫਿਰ ਲੋਕੀ ਕਹਿੰਦੇ ਵੀ ਗਿੱਲ ਸਾਹਿਬ, ਜਿਹੜੇ ਲੈਟਸ ਟਾਕ ਅਬਾਊਟ ਇੰਡੀਆ, ਇੰਡੀਆ ਦੇ ਜਿਹੜੇ ਪੋਲੀਟੀਸ਼ੀਅਨ ਆ, ਇੰਡੀਆ ਦੇ ਜਿਹੜੇ MLA ਆ, MPs ਆ, ਇਹਨਾਂ ਨੂੰ ਇੰਨੀਆਂ ਸਹੂਲਤਾਂ ਅਨਬਲੀਵੇਬਲ। ਜਿੰਨੀ ਦਫਾ ਤੁਸੀਂ ਇਲੈਕਟ ਹੁੰਦੇ ਹੋ, ਹਰ ਟਰਮ ਦੀ ਪੈਨਸ਼ਨ ਮਿਲਦੀ ਹੈ। ਉਹ ਤੋਂ ਬਾਅਦ ਫਿਰ ਨੇਮ ਐਨੀਥਿੰਗ, ਇਹਨਾਂ ਦੇ ਵਿੱਚ ਫੈਮਿਲੀ ਮੈਂਬਰ, ਵਿੱਚ ਇਹਨਾਂ ਦੇ ਆਪ, ਵਿੱਚ ਰਿਲੇਟਿਵਸ, ਇਹਨਾਂ ਦੇ ਇਲਾਜ ਵੀ ਬਾਹਰ ਫ੍ਰੀ, ਆਉਣਾ ਜਾਣਾ ਵੀ ਫ੍ਰੀ। ਮੈਂ ਕਹਿੰਦਾ ਜਿਹੜੇ ਪਿਛਲੇ ਰਾਜੇ ਰਜਵਾੜੇ ਹੁੰਦੇ ਸੀ ਨਾ, ਜੇ ਔਰੰਗਜ਼ੇਬ ਵਗੈਰਾ, ਉਹ ਆ ਜਾਣ, ਉਹ ਆ ਕੇ ਦੇਖਣ, ਕੰਪੇਅਰ ਕਰਨ ਇੱਕ MLA ਨੂੰ ਅਤੇ ਇੱਕ MP ਨੂੰ ਅਤੇ ਮਿਨਿਸਟਰ ਨੂੰ, ਉਹ ਕਹਿਣਗੇ ਵੀ ਭਾਈ ਸਾਡੇ ਨਾਲ ਤੁਹਾਡੇ ਚਪੜਾਸੀ ਚੰਗੇ ਆ, ਸਾਨੂੰ ਚਪੜਾਸੀ ਰੱਖ ਲਓ। ਸੋ ਇਹ ਇਸ ਕਰਕੇ ਜਿਹੜਾ ਇੰਨਾ, ਇਸੇ ਕਰਕੇ ਕੈਪਟਨ ਸਾਹਿਬ ਨੇ ਦਾ ਜਿਹੜਾ ਤਖਤ ਹਜ਼ਾਰਾ ਹਿੱਲ ਗਿਆ। ਕੈਪਟਨ ਸਾਹਿਬ ਨੂੰ ਬਹੁਤ ਤਕਲੀਫ ਹੋ ਰਹੀ ਹੈ। ਕੈਪਟਨ ਸਾਹਿਬ ਤਾਂ ਮੈਨੂੰ ਲੱਗਦਾ ਬੁਖਲਾ ਗਿਆ। ਐਂਡ ਸੋਸ਼ਲ ਮੀਡੀਆ ਨੇ ਵੀ ਬੜਾ ਕੰਮ ਚੱਕਿਆ ਪਿਆ। ਸੋਸ਼ਲ ਮੀਡੀਆ ਕਹਿ ਰਿਹਾ ਵੀ ਸ਼ਾਇਦ ਕੈਪਟਨ ਚਲੇ ਜਾਏ ਬੀਜੇਪੀ ਵਿੱਚ। ਬੀਜੇਪੀ ਆਲ ਆਫ ਅ ਸਡਨ ਰਾਤੋਂ ਰਾਤ ਕਿੰਨਾ ਉਹਨਾਂ ਨੂੰ ਤੇ ਆ ਗਿਆ ਕੈਪਟਨ ਦਾ। ਖੱਟਰ ਵੀ ਕਹਿ ਰਿਹਾ ਜੀ ਇਹਨਾਂ ਵਧੀਕੀ ਕੀਤੀ ਆ, ਬੀਜੇਪੀ ਵਾਲੇ ਪੰਜਾਬ ਵਾਲੇ ਵੀ ਕਹਿ ਰਹੇ ਆ ਵੀ ਇਹਦੇ ਨਾਲ ਵਧੀਕੀ ਕੀਤੀ ਆ, ਕੈਪਟਨ ਵੀ ਕਹਿ ਰਿਹਾ ਵੀ ਮੇਰੇ ਨਾਲ ਵਧੀਕੀ ਕੀਤੀ ਆ। ਜਿੱਦਾਂ ਦੀਆਂ ਵਧੀਕੀ ਕਹਿ ਹੀ ਨਹੀਂ ਰਿਹਾ ਜੀ, ਉਹ ਤੇ ਬਹੁਤ ਗੁੱਸੇ 'ਚ ਆ, ਪੂਰਾ ਐਂਗਰ। ਉਹ ਤੇ ਮਤਲਬ ਜਦੋਂ ਕਹਿੰਦੇ ਨਾ
ਮੂੰਹ ਚੋਂ ਅੱਗ ਦੀਆਂ ਲਪਟਾਂ ਛੱਡ ਰਿਹਾ ਕਿ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ। ਗਿੱਲ ਸਾਹਿਬ ਕਿੰਨੀ ਉਮਰ ਹੈ ਕੈਪਟਨ ਸਾਹਿਬ ਦੀ? ਕਹਿੰਦੇ 80 ਦੇ ਨੇੜੇ, 80 ਤੋਂ ਵੀ ਪਲੱਸ ਹੀ ਹੋਣਗੇ। ਉਹਦੀ ਮੇਰਾ ਖਿਆਲ ਹੈ ਸਦਾ ਹੀ ਜੀਣ ਦੀ ਸਲਾਹ ਹੈ, ਜਾਣ ਦੀ ਸਲਾਹ ਦੀ। ਉਹਨਾਂ ਨੂੰ ਇੱਕ ਹੋਰ ਕੈਪਟਨ ਨੇ ਜੀ ਪੰਜਾਬ 'ਚ, ਚੰਨਣ ਸਿੰਘ, ਮੈਂ ਤੁਹਾਨੂੰ ਆਫ ਦੀ ਈਅਰ ਗੱਲ ਕਰ ਰਿਹਾ, ਉਹਨਾਂ ਬੜੀ ਸੋਹਣੀ ਸਲਾਹ ਦਿੱਤੀ ਆ। ਕਹਿੰਦਾ ਮੈਂ ਵੀ ਜਾਂਦਾ ਰਿਹਾ ਕੈਪਟਨ ਸਾਹਿਬ ਨਾਲ ਸ਼ਿਕਾਰ ਖੇਡਣ, ਨਾਰਕੰਡਾ ਵਗੈਰਾ ਜਾ ਕੇ। ਕਹਿੰਦਾ ਹੁਣ ਉਹਨਾਂ ਦੀ ਉਮਰ ਹੋ ਗਈ ਆ, ਉਹ ਆਰਾਮ ਨਾਲ ਜਿਹੜੇ 5-4 ਸਾਲ ਬਾਕੀ ਬਚੇ ਆ ਨਾ ਜਿਹੜੇ ਕੁਦਰਤ ਨੇ ਦਿੱਤੇ ਉਹਨੂੰ ਇੰਜੋਏ ਕਰਨ। ਔਰ ਉਹ ਜਿਹੜੀਆਂ ਗੱਲਾਂ ਉਹਨਾਂ ਕਹੀਆਂ ਉਹ ਸਾਰੀਆਂ ਨਹੀਂ ਆਪਾਂ ਕਹਿ ਸਕਦੇ ਏਅਰ ਦਿੱਤੇ ਉੱਦਾਂ ਨਾ ਕਹਿ ਸਕਦੇ। ਚਲੋ ਕੈਪਟਨ ਸਾਹਿਬ ਦੀ ਤੇ ਇਹ ਗੱਲ ਹੋ ਗਈ ਜੀ। ਤੇ ਹੁਣ ਕੀ ਲੱਗਦਾ ਤੁਹਾਨੂੰ ਕਿ ਪੰਜਾਬ ਅੱਜ ਸਿਆਸਤ ਦੇ ਇੱਕ ਨਵੀਂ ਗੱਲ ਆ ਗਈ, ਉੱਥੇ ਦਲਿਤ ਸ਼ਬਦ ਦਾ ਵੀ ਹੁਣ ਵਿਰੋਧ ਹੋਣ ਲੱਗਿਆ, ਕਹਿ ਰਿਹਾ ਕਿ ਅਨੁਸੂਚਿਤ ਜਾਤੀ ਕਹੋ, ਤੇ ਜਾਤੀ ਸ਼ਬਦ ਆ ਗਿਆ ਤੇ ਗੱਲ ਤੇ ਉਹੀ ਹੁੰਦੀ। ਖੈਰ, ਤੇ ਚਰਨਜੀਤ ਚੰਨੀ ਇਹਨਾਂ ਦਾ ਵਰਤਾਰਾ, ਤੁਹਾਡੇ ਤੋਂ ਪਹਿਲਾਂ ਮੈਂ ਹੁਣੇ ਪ੍ਰੋਗਰਾਮ ਕਰਕੇ ਹਟਿਆ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨਾਲ, ਉਹਨਾਂ ਨੇ ਪੰਜਾਬ ਦੇ ਇਤਿਹਾਸਕ ਪ੍ਰਪੇਖ ਦੇ ਵਿੱਚ ਇੱਕ ਮਿਸਾਲ ਕਿ ਮਤਲਬ ਪੋਜ਼ਿਟਿਵ ਸਾਰੀਆਂ ਗੱਲਾਂ ਕਹੀਆਂ ਕਿ ਚਰਨਜੀਤ ਚੰਨੀ ਦਾ ਵਰਤਾਰਾ ਭਾਵੇਂ ਸਾਨੂੰ ਲੱਗਦਾ ਅਚਾਨਕ ਵਾਪਰਿਆ ਘਟਨਾਕ੍ਰਮ ਹੈ, ਪਰ ਇਹ ਪੰਜਾਬ ਦੀ ਰਹਿਤਲ ਨਾਲ ਜੁੜਿਆ ਹੋਇਆ ਇੱਕ ਚੀਜ਼ ਹੈ ਤੇ ਇਹਨੂੰ ਸਾਰੇ ਪੰਜਾਬੀ ਵੈਲਕਮ ਕਰ ਰਹੇ ਆ ਤੇ ਉਮੀਦ ਵੀ ਪਾਲ ਕੇ ਬੈਠੇ ਆ ਕਿ ਰਜਵਾੜੇ ਹੱਥੋਂ ਨਿਕਲ ਕੇ ਤਾਕਤ ਇੱਕ ਸਧਾਰਨ ਵਿਅਕਤੀ ਦੇ ਹੱਥ ਆਈ ਹੈ। ਉਹ ਬੰਦਾ ਅੱਗੇ ਜਾ ਕੇ ਸਧਾਰਨ ਰਹਿੰਦਾ ਕਿ ਨਹੀਂ ਰਹਿੰਦਾ, ਕੀ ਦਿਖਾਉਂਦਾ ਰੰਗ ਆਪਣੇ, ਉਹ ਵੱਖਰੀ ਗੱਲ ਹੈ। ਪਰ ਇਸ ਵੇਲੇ ਕਿ ਨਾ ਉਲਾਸ ਆ, ਜਜ਼ਬਾ ਆ, ਉਤਸ਼ਾਹ ਆ। ਵੈਸੇ ਵੀ ਅਸੀਂ ਜਜ਼ਬਾਤੀ ਬੜੇ ਆ। ਤੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਨੂੰ ਇਹ 2.5-3 ਮਹੀਨਿਆਂ 'ਚ ਕੋਈ ਮੋੜਾ ਦੇ ਸਕਣਗੇ, ਕੋਈ ਮਾੜਾ ਮੋਟਾ? ਇੱਕ ਤਾਂ ਹੈਗੀ, ਮੈਂ ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ ਬਿਲਕੁਲ ਐਗਰੀ ਹਾਂ ਕਿ ਜਿਹੜੀ ਇਹ ਅਮੀਰ ਘਰਾਣੇ ਸੀ 2-3, ਹਮੇਸ਼ਾ ਤਾਕਤ ਇਹਨਾਂ ਦੇ ਕੋਲ ਹੀ ਰਹੀ ਹੈ। ਮਿੱਥ ਟੁੱਟ ਗਈ, ਇਹ ਵੀ ਮਿੱਥ ਟੁੱਟ ਗਈ। ਇਟ ਵਾਸ ਵੈਰੀ ਇੰਪੋਰਟੈਂਟ। ਇੱਕ ਇਹ ਵੀ ਮਿੱਥ ਟੁੱਟ ਗਈ ਵੀ ਪੰਜਾਬ ਦਾ ਜੱਟ ਸਿੱਖ ਹੀ ਹੋ ਸਕਦਾ, ਹਾਂ, ਇਹ ਵੀ ਟੁੱਟ ਗਈ। ਇਹ ਵੀ ਟੁੱਟ ਗਈ। ਹਾਂ, ਐਂਡ ਚੰਨੀ ਦੇ ਆਉਣ ਦੇ ਨਾਲ ਮੈਂ ਕਹਿੰਦਾ ਵੀ ਉਸ ਸਿਸਟਮ ਵਿੱਚ ਚੰਨੀ ਵਰਗੇ ਦਾ ਆਉਣਾ ਇਜ਼ ਵੈਰੀ ਪੋਜ਼ਿਟਿਵ। ਇੱਕ ਤਾਂ ਇਹ ਆ ਵੀ ਜਿਹੜੇ ਪੰਜਾਬ ਦੇ ਲੋਕੀ ਆ ਉਹਨਾਂ ਨੂੰ ਵੀ ਕੌਨਫੀਡੈਂਸ ਹੋ ਗਿਆ ਵੀ ਕੈਪਟਨ ਤੋਂ ਤੇ ਬਾਦਲ ਤੋਂ ਬਿਨਾਂ ਕੋਈ ਹੋਰ ਵੀ ਆ ਸਕਦਾ ਹੈ। ਦੂਜਾ ਜਿਹੜਾ ਚੰਨੀ ਦੀ ਚੰਨੀ ਇਜ਼ ਮੂਵਿੰਗ ਇਨ ਦੀ ਲੋਕਾਂ ਦੇ ਵਿੱਚ ਬੜਾ ਪੋਜ਼ਿਟਿਵ ਢੰਗ ਦੇ ਨਾਲ ਮੂਵ ਕਰ ਰਿਹਾ। ਉਹਨੇ ਕਿਹਾ ਵੀ ਦਫ਼ਤਰਾਂ ਵਿੱਚ ਤੁਸੀਂ 9 ਵਜੇ ਜਿਹੜੇ EMPLOYEES ਆ ਆਉਂਦੇ ਹੀ ਨਹੀਂ ਸੀ। ਲੋਕੀ ਜਾਂਦੇ ਆਪਣੇ ਕੰਮ ਕਰਾਉਣ, ਉੱਥੇ ਜਾਂਦਾ ਲੱਗਾ ਹੁੰਦਾ। ਐਂਡ ਕੈਪਟਨ ਨੇ ਤੇ ਕੋਈ ਐਕਸ਼ਨ ਨਹੀਂ ਲਿਆ, ਇਹ ਆਉਂਦੇ ਨੇ ਉਹ ਐਕਸ਼ਨ ਲਿਆ। ਇਹ 'ਚ ਕਿੰਨਾ ਕਾਮਯਾਬ ਹੁੰਦਾ, ਇਟ ਆਲ ਡਿਪੈਂਡਸ। 7 'ਚ ਨਾ, ਜਦੋਂ 7 'ਚ ਆਏ ਸੀ ਕੈਪਟਨ ਜੀ, ਉਦੋਂ ਮੈਂ ਵੀ ਗਵਰਨਮੈਂਟ ਸਰਵਿਸ ਸੀ, ਉਦੋਂ ਇਦਾਂ ਦਾ ਮਾਹੌਲ ਬਣਿਆ ਸੀ। ਇੱਕ ਵਾਰੀ ਜਦੋਂ ਰਵੀ ਸਿੱਧੂ ਵਾਲਾ ਐਪੀਸੋਡ ਹੋਇਆ ਨਾ, ਤੇ ਉਦੋਂ ਪੰਜਾਬ ਦੇ ਮੁਲਾਜ਼ਮਾਂ ਤੇ ਵੀ ਸਕੰਜਾ ਕੱਸਿਆ ਸੀ ਥੋੜ੍ਹਾ ਜਿਹਾ ਵੀ ਤੁਸੀਂ ਦਫ਼ਤਰਾਂ 'ਚ ਕਿੱਦਾਂ ਨਹੀਂ ਆਉਂਦੇ ਲੇਟ। ਤੇ ਉਹ 2-3 ਮਹੀਨੇ ਰਿਹਾ, ਮੁੜ ਕੇ ਫਿਰ ਉਦਾਂ ਦਾ ਆਵਾਗੌਣ ਹੋ ਗਿਆ ਸੀ। ਬਸ ਇਹ ਜਿਹੜੀ ਹਿਸਟਰੀ ਹੈ ਇਹ ਕਹਿੰਦੀ ਹੈ ਇੱਦਾਂ ਪਹਿਲਾਂ ਵੀ ਹੋਇਆ। ਹੁਣ ਬਾਦਲ ਨੇ ਬਥੇਰਾ ਕੀਤਾ। ਬਾਦਲ ਜਦ ਆਇਆ ਉਦੋਂ ਉਹਨੇ ਕਿਹਾ ਮੈਂ ਜੀ ਕਰਪਸ਼ਨ ਨਹੀਂ ਹੋਣ ਦੇਣੀ, ਇਹ ਰਾਜ ਭਾਗ ਹੋਊਗਾ, ਇਹ ਸੇਵਾ, ਰਾਜ ਨਹੀਂ ਸੇਵਾ ਹੋਊਗੀ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ। ਹਾਂ, ਇਹੋ ਜਿਹਾ ਬੜਾ ਕੁਝ ਕਿਹਾ ਸੀ। ਪਿੰਡਾਂ ਦੇ ਵਿੱਚ ਜਾ ਕੇ ਚੈੱਕ ਵੰਡਣੇ ਸ਼ੁਰੂ ਕੀਤੇ ਔਰ ਮਹਾਰਾਜਾ ਰਣਜੀਤ ਸਿੰਘ ਵਾਲੀ ਗੱਲ ਹੀ ਦਰਬਾਰ ਕੀ ਉਹਨੂੰ ਕਹਿੰਦੇ ਸੀ, ਉਹ ਆਪਣਾ ਸੰਗਤ ਦਰਸ਼ਨ ਸੰਗਤ ਉਹਨਾਂ ਦੇ ਦਰਸ਼ਨ ਕਰਨ ਜਾਂਦੀ ਸੀ, ਮਤਲਬ ਬਾਬਿਆਂ ਦੇ ਦੋਨੇ ਪਿਓ ਪੁੱਤਾਂ ਨੇ। ਸੋ ਉਹ ਪਹਿਲਾਂ ਬਾਦਲ ਨੇ ਵੀ ਕੀਤਾ ਸੀ। ਬਾਦਲ ਨੇ ਕਿਹਾ ਜੀ ਜਿਹੜਾ ਕਰਪਸ਼ਨ ਕਰੂਗਾ ਉਹਨੂੰ ਉਹ ਸਰਵਾਈਵ ਨਹੀਂ ਕਰੂ, ਲੈਟ ਮੀ ਨੋ। ਜਿਹੜਾ ਰਿਪੋਰਟਿੰਗ ਕਰੂਗਾ ਉਹਨੂੰ 25,000 ਰੁਪਈਆ ਮੈਂ ਦਊਂ। ਹਾਂਜੀ, ਹੈ ਉਹ ਮੇਰੇ ਖਿਆਲ 2 ਕੇਸ ਇੱਦਾਂ ਦੇ ਹੋਏ। ਮੁੜ ਕੇ ਕਰਪਸ਼ਨ ਦੀਆਂ ਧੱਜੀਆਂ ਅੜਾਤੀਆਂ ਫੜ ਕੇ ਬਾਦਲ ਨੇ। ਜਿੰਨੇ ਉਹਦੇ ਰਿਸ਼ਤੇਦਾਰ ਸੀ ਸਾਰੇ ਮੰਤਰੀ ਬਣਾਤੇ ਔਰ ਉਹਨਾਂ ਨੇ ਰੇਤ ਬਜਰੀ ਮਾਫੀਆ, ਟਰਾਂਸਪੋਰਟ ਮਾਫੀਆ, ਡਰੱਗ ਮਾਫੀਆ, ਜਿੰਨੀ ਡਰੱਗ ਉਹਦੇ ਸੁਖਬੀਰ ਦੇ ਸਾਲੇ ਨੇ ਜਿਹਦਾ ਨਾਮ ਆਉਂਦਾ ਆਮ ਤੌਰ 'ਤੇ ਮਜੀਠੀਏ ਦਾ, ਉਹ ਸਾਰਾ ਹੀ ਉਹ ਰੈਵਨਿਊ ਮਿਨਿਸਟਰ ਸੀ ਬਾਦਲ ਦਾ। ਸੋ ਇਹ ਹੁਣ ਚੰਨੀ ਦੇ ਆਲੇ ਦੁਆਲੇ ਜਿਹੜੇ ਹੈਗੇ ਆ ਮਿਨਿਸਟਰਸ, MLA, ਇਹ ਕਾਂਗਰਸ ਦੇ MLA ਆ। ਇਹ ਉਹੀ MLA ਜਿਹੜੇ ਇਹ ਵੀ ਇਹੀ ਕੰਮ ਕਰਦੇ ਸੀ। ਚੰਨੀ ਕਿੰਨਾ ਕੁ ਇਹਦੇ 'ਚ ਕਾਮਯਾਬ ਹੁੰਦਾ, ਇਹ ਤਾਂ ਹੁਣ 2-3 ਮਹੀਨੇ ਜਿਹੜੇ ਹੈਗੇ ਆਉਣ ਵਾਲੇ ਉਹੀ ਦੱਸੂ। ਪਰ ਜਿਹੜੇ ਦਾਗੀ ਸੀ ਵੱਡੇ ਨਾਂ, ਜਿਨ੍ਹਾਂ 'ਚ ਮਤਲਬ ਜਿਵੇਂ ਧਰਮਸੋਤ ਦਾ ਨਾਂ ਸੀ, ਜਿਹਨੇ ਬੱਚਿਆਂ ਦੇ ਪੈਸੇ ਛਕੇ ਸੀ ਵਾਵਾ ਸਾਰੇ ਵੱਡੇ। ਇਸੇ ਤਰ੍ਹਾਂ ਹੀ ਜਿਹੜੇ ਹੋਰ 3-4, ਬਲਬੀਰ ਸਿੰਘ ਦਾ ਨਾਂ ਸੀ, ਲੈਂਡ ਮਾਫੀਆ 'ਚ ਉਹਨਾਂ ਦਾ ਨਾਂ ਆ ਰਿਹਾ। 5 ਬੰਦੇ ਛਾਂਟਿਆ ਤੇ 7 ਬੰਦੇ ਨਵੇਂ ਲਏ ਆ। ਤੇ ਜਿਹੜੇ ਪੁਰਾਣੇ ਰੱਖੇ ਵੀ ਆ ਉਹਨਾਂ 'ਚ ਵੀ ਤੇ ਕਈ ਲੈਂਡ ਮਾਫੀਆ, ਰੇਂਦ ਮਾਫੀਆ ਵਾਲੇ ਬੈਠੇ ਆ। ਗੁਰਜੀਤ ਰਾਣੇ ਦਾ ਵਾਪਸ ਆਉਣਾ ਕਪੂਰਥਲੇ ਵਾਲੇ ਦਾ, ਉਹ ਇੱਕ ਕਿਸਮ ਦਾ ਮੈਨੂੰ ਲੱਗਦਾ ਇੱਕ ਨਵੀਂ ਚੁਣੌਤੀ ਵੀ ਹੋਊਗਾ ਕਿ ਉਸ ਵਿਅਕਤੀ ਨੂੰ ਖਹਿਰੇ ਰਾਣੇ ਨਾਲ ਰੌਲਾ ਪਾ ਕੇ ਕਿ ਬੰਦਾ ਗਲਤ ਹੈ ਜੀ, ਇਨਵਾਇਰਨਮੈਂਟ ਦੇ ਖਿਲਾਫ ਕੰਮ ਕਰ ਰਿਹਾ, ਉਹਦੀਆਂ ਜਿਹੜੀਆਂ ਸ਼ੂਗਰ ਮਿੱਲਾਂ ਨੇ ਉਹ ਪੰਜਾਬ ਦਾ ਬੇੜਾ ਗਰਕ ਕਰ ਰਹੀਆਂ, ਲੋਕਾਂ ਦਾ ਪੈਸਾ ਮਾਰ ਕੇ ਬੈਠਾ, ਸਰਕਾਰ ਕੋਲੋਂ ਉਹਨੇ ਮਤਲਬ ਸੈਂਕੜੇ ਕਰੋੜ ਦੇ ਕਰਜ਼ੇ ਚੁੱਕੇ ਹੋਏ ਜਿਹੜੇ ਵਾਪਸ ਨਹੀਂ ਕਰ ਰਹੇ ਉਹ ਲੋਕ, ਔਰ ਉਹ ਕਹਿੰਦਾ ਕੋਈ ਰਾਹ ਕੱਢ ਲੈਂਦੇ ਆ ਲੋਕ। ਤੇ ਉਹੋ ਜਿਹੇ ਬੰਦਿਆਂ ਦਾ ਵਾਪਸੀ ਜਿਹੜੀ ਆ ਉਹ ਚੰਨੀ ਦੇ ਲਈ ਕਿਤੇ ਨਾ ਕਿਤੇ ਨਾਲ ਉਹ ਕਹਿ ਰਿਹਾ ਕਰਪਸ਼ਨ ਹੋਏਗੀ ਨਹੀਂ,
ਨਾਲ ਕਰਪਟ ਬੰਦੇ ਅਜੇ ਨਾਲ ਜੋੜ ਕੇ ਬੈਠੇ ਆ, ਉਹਦਾ ਕੀ ਇਹ ਬਣੇਗਾ? ਤਾਂ ਫਿਰ ਜਿਹੜਾ ਵੀ ਆਉਂਦਾ ਉਹ ਪਹਿਲਾ ਸਟੈਪ ਉਹ ਇਹੀ ਕਹਿੰਦਾ ਵੀ ਮੈਂ ਕਰਪਸ਼ਨ ਨਹੀਂ ਹੋਣ ਦੇਣੀ, ਲੈਂਡ ਮਾਫੀਆ, ਰੇਤਾ ਮਾਫੀਆ ਉਹ ਮੈਂ ਬੰਦ ਕਰ ਦੇਣਾ, ਮੈਂ ਆਹ ਕਰ ਦੇਣਾ, ਆਹ ਕਰ ਦੇਣਾ। ਪਰ ਇਹ ਜਿਹੜੀ ਹੁਣ ਦੀ ਲੀਡਰਸ਼ਿਪ ਹੈ, ਲੋਕ ਐਟ ਸਿੱਧੂ ਦੇ ਉੱਤੇ ਕੋਈ ਉਂਗਲ ਨਹੀਂ, ਨਾ ਤਾਂ ਉਹ ਕਰਪਟ ਹੈ, ਨਾ ਉਹਦੇ ਤੇ ਕੋਈ ਉਂਗਲ ਹੈ, ਨਾ ਉਹਦੀ ਕੋਈ ਹਿਸਟਰੀ ਹੈ। ਪ੍ਰਗਟ ਸਿੰਘ ਵੀ ਇਦਾਂ ਦਾ। ਸੋ ਇੱਦਾਂ ਹੀ ਚੰਨੀ ਦੇ ਉੱਤੇ ਵੀ ਕੋਈ ਕਰਪਸ਼ਨ ਦੀ ਕੋਈ ਹਾਲੇ ਤੱਕ ਇਦਾਂ ਦਾ ਕੋਈ ਇਲਜ਼ਾਮ ਨਹੀਂ ਲੱਗਿਆ। ਉਹਦਾ ਇਹ ਤਾਂ ਹੁਣ ਡਿਪੈਂਡ ਕਰਦਾ, ਆਉਣ ਵਾਲਾ ਟਾਈਮ ਦੱਸੂਗਾ 3 ਮਹੀਨਿਆਂ ਦੇ ਵਿੱਚ ਕਿਹੜੀ ਜਾਦੂ ਛਿੜੀ ਆ ਜਿਹਦੇ ਨਾਲ ਇਹ ਸਾਰੇ ਮਸਲੇ ਹੱਲ ਕਰ ਦੇਣਗੇ। ਪਰ ਜੇ ਇੱਕ ਦੋ ਕੰਮ ਵੀ ਉਹ ਕਰ ਜਾਏ, ਇੱਕ ਤਾਂ ਹੁਣ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੀ ਜਕੜ ਤੋੜੀ ਆ, ਉਹਨੇ ਕਿਹਾ ਵੀ ਮੈਂ ਲੋਕਾਂ ਦਾ ਰਜਵਾੜਿਆਂ ਵਾਲੀ ਜਕੜ ਤੋੜੀ ਆ। ਹਾਂ, ਫਿਰ ਉਹ ਲੋਕਾਂ ਦੇ ਵਿੱਚ ਜਾਣਾ ਸ਼ੁਰੂ ਕਰਤਾ। ਫਿਰ ਉਹਨੇ ਸਿਕਿਉਰਿਟੀ ਵੀ ਘਟਾਈ ਹੈ। ਸਿਕਿਉਰਿਟੀ ਦਾ ਨੇ ਸ਼ਰੇਆਮ ਕਿਹਾ ਜੀ ਮੈਨੂੰ ਲੋੜ ਹੀ ਨਹੀਂ, ਮੇਰੇ ਅੱਗੇ ਪਿੱਛੇ ਇੰਨੇ ਤੁਰੇ ਫਿਰਦੇ, ਮੈਂ ਕਰਨੇ ਕੀ ਹੈ? ਦੈਟਸ ਰਾਈਟ। ਹਾਂਜੀ, ਇੰਨੀ ਬਿਊਰੋਕ੍ਰੇਸੀ, ਇੰਨੇ ਲੋਕ ਸੁਖਬੀਰ ਇੱਕ ਪਾਸੇ ਤੁਸੀਂ ਲੋਕਾਂ ਕਹਿੰਦੇ ਹੋ ਕਿ ਮੈਂ ਲੋਕਾਂ ਦਾ ਲੀਡਰ ਹਾਂ, ਲੋਕਾਂ ਦੇ ਵਿੱਚ ਤੁਸੀਂ ਇਲੈਕਸ਼ਨ ਲੜਨੀ ਹੈ, ਲੋਕਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਨਾ, ਫਿਰ ਤੁਹਾਨੂੰ ਲੋਕਾਂ ਤੋਂ ਕਾਹਦਾ ਖਤਰਾ? ਫਿਰ ਬਾਈ ਕਾਹਤੇ ਐਡੀ ਗਾਰਡ ਲਈ ਫਿਰਦੇ ਤੁਸੀਂ? ਸੋ ਚਲੋ ਆਪਾਂ ਕੈਨੇਡਾ ਦੀ ਗੱਲ ਕੀਤੀ ਆ, ਪੰਜਾਬ ਦੀ ਵੀ ਕਰ ਰਹੇ ਤੇ ਪੰਜਾਬ ਦਾ ਭਵਿੱਖ ਤੁਹਾਨੂੰ ਕੀ ਨਜ਼ਰ ਆ ਰਿਹਾ 2-3 ਮਹੀਨਿਆਂ ਦੀ ਆ ਉਥਲ ਪੁਥਲ ਤੋਂ ਬਾਅਦ, ਜਦੋਂ ਸਟੇਬਲ ਹੋ ਗਿਆ ਸਾਰਾ ਕੁਝ, ਨਵੀਂ ਸਰਕਾਰ ਬਣ ਗਈ, ਪੰਜਾਬ ਦਾ ਭਵਿੱਖ ਇਹ ਸਾਰੇ ਆਰਾਮ ਰੌਲਿਆਂ ਤੋਂ ਬਾਅਦ, ਕਿਸਾਨਾਂ ਦੀ ਐਜੀਟੇਸ਼ਨ ਤੋਂ ਬਾਅਦ, ਅਸੀਂ ਲੜਦੇ ਹੀ ਵੇਖੇ ਆ ਪੰਜਾਬੀ ਤੇ ਹਮੇਸ਼ਾ, ਪਹਿਲੋਂ ਨਕਸਲਾਈਟ ਮੂਵਮੈਂਟ ਵੇਖੀ ਆ, ਫਿਰ 66 ਦਾ ਪੁਨਰਗਠਨ ਪੰਜਾਬ ਦਾ ਹੁੰਦਾ ਵੇਖਿਆ, ਸਾਡੇ ਵੇਲਿਆਂ 'ਚ ਜਿਹੜੀਆਂ ਚੀਜ਼ਾਂ ਹੋਈਆਂ ਨੇ, ਤੇ ਉਸ ਤੋਂ ਬਾਅਦ 84 ਵਾਲਾ ਦੌਰ ਆ ਗਿਆ। ਉਹ ਭਾਵੇਂ ਕੁਝ ਲੋਕ ਸਹਿਮਤ ਹੈ, ਭਾਵੇਂ ਨਹੀਂ ਸਹਿਮਤ, ਮਤਲਬ ਸੰਘਰਸ਼ ਤੇ ਸੀਗਾ ਨਾ ਕਿਤੇ ਨਾ ਕਿਤੇ, ਤੇ ਸੰਘਰਸ਼ ਆਪਾਂ ਹੁਣ ਵੀ ਕਰੀ ਜਾ ਰਹੇ ਹਾਂ, ਤੇ ਐਂਡ ਰਿਜ਼ਲਟ ਨਿਕਲਦਾ ਵਿੱਚੋਂ ਕੁਝ ਵੀ ਨਹੀਂ, ਮਿਲਦਾ ਕੁਝ ਵੀ ਨਹੀਂ, ਅਖੀਰ 'ਚ ਸਾਡਾ ਲਾਸ ਹੀ ਹੁੰਦਾ। ਤੁਸੀਂ ਪੰਜਾਬ ਦਾ ਹੁਣ ਭਵਿੱਖ ਕੀ ਵੇਖਦੇ ਹੋ ਸਟੇਬਲ ਹੋਣ ਤੋਂ ਬਾਅਦ? ਮੈਨੂੰ ਪੰਜਾਬ ਦਾ ਭਵਿੱਖ ਕੋਈ ਬੜਾ ਵਧੀਆ ਨਹੀਂ ਲੱਗਦਾ, ਕਿਉਂਕਿ ਦੀ ਰੀਜ਼ਨ ਇਜ਼ ਜਿਹੜੇ ਮੁੱਦੇ ਆ, ਪੰਜਾਬ ਕੋਈ ਇੰਡਸਟਰੀ ਕੋਈ ਨਹੀਂ, ਪੰਜਾਬ ਦੀ ਯੂਥ ਸਾਰੀ ਵਿਹਲੀ ਸਾਰੀ ਬਾਹਰ ਨੂੰ ਆ ਰਹੀ ਹੈ, ਪਿੰਡਾਂ ਦੇ ਪਿੰਡ ਵਿਹਲੇ ਪਏ ਆ, ਉੱਥੇ ਬੁੜੇ ਬੈਠੇ ਆ, ਉਹਨਾਂ ਨੇ ਵੀ ਬਸਤੇ ਬੰਨੇ, ਉਹ ਵੀ ਆਉਣ ਨੂੰ ਤਿਆਰ ਆ। ਉਹ ਤੋਂ ਬਾਅਦ ਫਿਰ ਜਿਹੜੀ ਪੰਜਾਬੀਆਂ ਦੇ ਉੱਤੇ ਟੈਕਸ, ਪੰਜਾਬੀਆਂ ਦੇ ਉੱਤੇ ਜਿਹੜਾ ਹੁਣ ਜਿਹੜੀ ਪੰਜਾਬ ਦੀ ਇਕੋਨਮੀ ਆ 300 ਕਰੋੜ ਰੁਪਈਆ ਜਿਹੜਾ ਡੈਟ ਹੈਗਾ, ਡੈਫਿਸਿਟ ਤੇ ਡੈਟ 300 ਲੱਖ ਕਰੋੜ ਮੇਰੇ ਖਿਆਲ। ਲੱਖ ਕਰੋੜ? ਹਾਂਜੀ, ਕੱਲੇ ਤੁਹਾਨੂੰ ਫਿਰ ਮੈਨੂੰ ਜ਼ਿਆਦਾ ਪਤਾ। ਐਂਡ ਉਹ 300 ਕਰੋੜ ਤੇ ਕੁਝ ਵੀ ਨਹੀਂ ਹੁੰਦਾ ਸਰ। 300 ਕਰੋੜ ਤੇ ਮਹਾਰਾਜ ਜੀ ਜਾਂਦੇ ਜਾਂਦੇ ਪੜਾਉਣ ਤੇ ਕਿਹਨੂੰ। ਅੱਛਾ ਚਲੋ, ਇਹ ਤੇ ਆਪਣਾ ਤੁਹਾਡਾ ਪਹਿਲੂ ਠੀਕ ਆ, ਨੈਗੇਟਿਵ ਦੂਜਾ ਪੋਜ਼ਿਟਿਵ, ਦੋਵੇਂ ਚੀਜ਼ਾਂ ਨਾਲ ਹੀ ਚੱਲਦੀਆਂ ਨੇ, ਜ਼ਿੰਦਗੀ ਇਸੇ ਦਾ ਹੀ ਨਾਂ ਆ। ਪਰ ਉਮੀਦ ਕਰੀਏ ਕਿ ਪੰਜਾਬ ਦੇ ਵਿੱਚ ਇੱਕ ਚੰਗਾ ਮੋੜ ਆਵੇ ਤੇ ਪੰਜਾਬ ਵੀ ਜਿਹੜਾ ਉੱਥੇ ਠੰਡੀਆਂ ਹਵਾਵਾਂ ਚੱਲਣ ਤੇ ਲੋਕ ਸੁਖੀ ਸਾਂਦੀ ਵਸਣ। ਇਕੱਲਾ ਉਹ ਪੰਜਾਬ ਨਹੀਂ, ਅਸਲ ਵਿੱਚ 3 ਪੰਜਾਬ ਬਾਹਰ ਵੀ ਵਸਦੇ ਆ। ਇੱਕ ਇੰਗਲੈਂਡ ਵਿੱਚ ਪੰਜਾਬ ਹੈ, ਇੱਕ ਇੱਥੇ ਪੰਜਾਬ ਹੈ, ਇੱਕ ਵੈਨਕੂਵਰ ਵਿੱਚ ਪੰਜਾਬ ਹੈ। ਅਸੀਂ ਜਿਹੜੇ ਬਾਹਰ ਦੇ ਪੰਜਾਬੀ ਆ, ਇੱਥੇ ਅਸੀਂ ਜ਼ਿਆਦਾ ਫਿਕਰਮੰਦ ਆ, ਉੱਥੇ ਨਾ ਪਾਕਿਸਤਾਨ ਨੂੰ ਭੁੱਲ ਗਏ, ਵੱਡਾ ਪੰਜਾਬ ਤੇ ਉੱਥੇ ਆ ਜਿੱਥੇ 11 ਕਰੋੜ ਦੀ ਆਬਾਦੀ ਆ ਪੰਜਾਬੀਆਂ ਦੀ। ਹਾਂ ਚੱਲ, ਉਹ ਵੀ ਤੇ ਹੈ। ਪੰਜਵਾਂ ਉਹ ਹੋ ਗਿਆ। ਪੰਜ ਢੀਂਡਸਾ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਬਹੁਤ ਅੱਛੀ ਗੱਲਬਾਤ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਔਰ ਅਗਲੇ ਹਫਤੇ ਕੁਝ ਇੱਕ ਹੋਰ ਚੀਜ਼ਾਂ ਲੈ ਕੇ ਤੁਹਾਡੇ ਨਾਲ ਅਸੀਂ ਹੋਵਾਂਗੇ ਸਨਮੁਖ। ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ ਸਰ। ਹਾਂਜੀ ਜਨਾਬ, ਤੁਹਾਡੇ ਕਾਲ ਆ ਰਹੀ ਸੀ, ਇਹ ਪ੍ਰੋਗਰਾਮ ਐਂਡ ਹੀ ਕਰ ਰਿਹਾ ਸੀ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ ਟੀਵੀ ਤੇ ਸੀਗਾ ਬਸ।